ਉਹ ਹੈ ਆਨੰਦ ਗੁਰੂ ਤੇ ਜਾਣਿਆ। ਖੁਸ਼ੀ ਖੁਸ਼ੀ ਤੇ ਹਰ ਬੰਦਾ ਕਹਿੰਦਾ ਹੈ ਮੈਨੂੰ ਖੁਸ਼ੀ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ। ਪਰ ਅਸਲ ਖੁਸ਼ੀ ਕੀ ਹੈ, ਅਸਲ ਆਨੰਦ ਕੀ ਹੈ, ਇਹ ਗੁਰੂ ਤੋਂ ਜਾਣਿਆ ਜਾਏਗਾ। ਗੁਰੂ ਦੇ ਰਾਹ ਤੇ ਚੱਲ ਕੇ ਸਾਨੂੰ ਸਮਝ ਆਏ। ਤਾਂ ਗੁਰੂ ਜੀ ਕਹਿੰਦੇ ਨੇ ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਹਨੂੰ ਕਿਰਪਾ ਨਹੀਂ ਪੜਨਾ, ਕਿਰਪਾ ਪੜਨਾ ਹੈ। ਕਿਰਪਾ ਔਰ ਕਿਰਪਾ ਦਾ ਅਰਥ ਇੱਕੋ ਹੀ ਹੈ, ਲੇਕਿਨ ਜਦੋਂ ਕੱਕੇ ਦੇ ਪੈਰ ਥੱਲੇ ਅੱਧਾ ਰਾਰਾ ਹੋਏ ਤਾਂ ਉਹਨੂੰ ਕਿਰਪਾ ਨਹੀਂ, ਉਹਨੂੰ ਕਿਰਪਾ ਪੜਨਾ ਹੈ। ਕਿਰਪਾ ਕਰੇ ਪਿਆਰਿਆ ਕਿ ਗੁਰੂ ਤੋਂ ਆਨੰਦ ਜਦੋਂ ਜਾਣਿਆ ਜਾਂਦਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦੇ ਹਾਂ ਤਾਂ ਗੁਰੂ ਕਿਰਪਾ ਕਰਦਾ ਹੈ, ਗੁਰੂ ਰਹਿਮਤ ਕਰਦਾ ਹੈ। ਤੇ ਗੁਰੂ ਦੀ ਰਹਿਮਤ ਦੇ ਅੰਦਰੋਂ ਫਿਰ ਖੁਸ਼ੀ ਬਾਰੇ ਸਮਝ ਆਉਂਦੀ ਹੈ ਕਿ ਖੁਸ਼ੀ ਵਾਸਤਵ ਵਿੱਚ ਕੀ ਹੈ। ਆਨੰਦ ਪਾਉਣ ਵਾਸਤੇ ਸਾਧਨ ਕੀ ਨੇ, ਉਹ ਸਾਧਨ ਕਿੱਥੋਂ ਮਿਲਣਗੇ, ਉਹ ਸਾਧਨ ਕਿਵੇਂ ਮਿਲਣਗੇ, ਔਰ ਅਸੀਂ ਉਸ ਖੁਸ਼ੀ ਨੂੰ ਕਿੰਨੇ ਸਮੇਂ ਵਿੱਚ ਪਾ ਲਵਾਂਗੇ। ਇਹ ਫਾਰਮੂਲਾ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਸਾਡਾ ਡੈਸਟੀਨੇਸ਼ਨ ਕੀ ਹੈ, ਗੋਲ ਕੀ ਹੈ। ਮੰਨ ਲਓ ਸਾਡਾ ਗੋਲ ਹੈ ਖੁਸ਼ ਰਹਿਣਾ, ਆਨੰਦ ਪਾਣਾ, ਇਹ ਸਾਡਾ ਗੋਲ ਹੈ। ਤਾਂ ਦੂਜੀ ਚੀਜ਼ ਹੈ ਕਿ ਇਸ ਗੋਲ ਤੇ ਪਹੁੰਚਣ ਵਾਸਤੇ ਸੋਰਸਿਸ ਕੀ ਨੇ, ਸਾਧਨ ਕੀ ਨੇ। ਜੇ ਗੋਲ ਤੇ ਹੈ ਪਰ ਸਾਧਨ ਨਹੀਂ ਤਾਂ ਅਸੀਂ ਪਹੁੰਚ ਨਹੀਂ ਪਾਵਾਂਗੇ। ਤਾਂ ਸਾਧਨ ਹੈ ਗੁਰੂ ਦੀ ਕਿਰਪਾ। ਇਹ ਸਾਧਨ ਕਿੱਥੋਂ ਮਿਲਣਗੇ? ਇਹ ਸਾਧਨ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਮਿਲਣਗੇ। ਇਹ ਸਾਧਨ ਕਿਵੇਂ ਮਿਲਣਗੇ? ਗੁਰੂ ਦੇ ਦੱਸੇ ਰਾਹ ਤੇ ਤੁਰਿਆ ਮਿਲਣਗੇ। ਇਹ ਸਾਨੂੰ ਸਮਝ ਆ ਗਈ, ਲੇਕਿਨ ਇਹ ਖੁਸ਼ੀ ਸਾਨੂੰ ਕਿੰਨੇ ਸਮੇਂ ਵਿੱਚ ਮਿਲ ਜਾਏਗੀ, ਕਿੰਨੇ ਸਮੇਂ ਵਿੱਚ ਅਸੀਂ ਆਨੰਦ ਪਾਣਾ ਚਾਹੁੰਦੇ ਹਾਂ, ਇਹ ਸਮਾਂ ਸਾਨੂੰ ਡਿਸਾਈਡ ਕਰਨਾ ਪਵੇਗਾ। ਜੇ ਸਮਾਂ ਡਿਸਾਈਡ ਨਹੀਂ ਕਰਦੇ, ਮੰਨ ਲਓ ਤੁਸੀਂ ਵੁਲਿਚ ਤੋਂ ਸਾਊਥ ਹਾਲ ਜਾਣਾ ਚਾਹੁੰਦੇ ਹੋ, ਇੱਥੇ ਜਾਣ ਵਾਸਤੇ ਸਾਧਨ ਹੈ ਬੱਸ। ਬੱਸ ਦਾ ਕਿਰਾਇਆ ਹੈ ਮੰਨ ਲਓ ਕਿ 10 ਪੌਂਡ। ਹੁਣ ਤੁਹਾਨੂੰ ਸਾਧਨ ਦਾ ਵੀ ਪਤਾ ਹੈ, ਤੁਹਾਨੂੰ ਆਪਣੇ ਡੈਸਟੀਨੇਸ਼ਨ ਦਾ ਵੀ ਪਤਾ ਹੈ, ਤੁਹਾਡੇ ਕੋਲ ਬੱਸ ਦਾ ਕਿਰਾਇਆ ਵੀ ਹੈ। 10 ਦੀ ਬਜਾਏ ਤੁਹਾਡੇ ਜੇਬ ਵਿੱਚ 500 ਪੌਂਡ ਪਿਆ ਹੋਇਆ ਹੈ, ਪਰ ਤੁਸੀਂ ਇਹ ਡਿਸਾਈਡ ਨਹੀਂ ਕਰਦੇ ਕਿ ਮੈਂ ਕਿਹੜੀ ਤਰੀਕ ਨੂੰ ਸਾਊਥ ਹਾਲ ਜਾਣਾ ਹੈ। ਬੱਸਾਂ ਦੋ ਜਾ ਰਹੀਆਂ ਨੇ, ਸਵੇਰੇ 10 ਵਜੇ, ਸ਼ਾਮੀ 3 ਵਜੇ, ਕਿਹੜੀ ਬੱਸ ਤੇ ਜਾਣਾ ਹੈ। ਜੇ ਸਮਾਂ ਡਿਸਾਈਡ ਨਹੀਂ ਕਰਦੇ ਤਾਂ ਸਾਰੀ ਜ਼ਿੰਦਗੀ ਨਹੀਂ ਪਹੁੰਚ ਪਾਓਗੇ। ਸਾਡੇ ਜੀਵਨ ਦਾ ਇਹ ਸਾਡੀ ਘਾਟ ਹੈ ਜੀਵਨ ਵਿੱਚ ਕਿ ਹੁਣ ਅਸੀਂ ਆਨੰਦ ਪਾਣਾ ਚਾਹੁੰਦੇ ਹਾਂ ਤਾਂ ਕਿੰਨੇ ਸਮੇਂ ਵਿੱਚ ਪਾਣਾ ਚਾਹੁੰਦੇ ਹਾਂ? ਅੱਜ, 2 ਘੰਟੇ ਬਾਅਦ, ਸ਼ਾਮ ਨੂੰ, ਕੱਲ ਨੂੰ, ਪਰਸੋਂ ਨੂੰ, ਸਾਲ ਬਾਅਦ, 10 ਸਾਲ ਬਾਅਦ। ਸਮਾਂ ਤਾਂ ਡਿਸਾਈਡ ਕਰਨਾ ਪਵੇਗਾ ਨਾ। ਤੇ ਜੇ ਸਮਾਂ ਡਿਸਾਈਡ ਨਹੀਂ ਕਰਦੇ ਕਿ ਅਸੀਂ ਕਿੰਨੇ ਸਮੇਂ 'ਚ ਕਦੋਂ ਖੁਸ਼ ਹੋਣਾ ਚਾਹੁੰਦੇ ਹਾਂ, ਕਦੋਂ ਤੋਂ ਆਨੰਦ ਵਾਲੀ ਜ਼ਿੰਦਗੀ ਜੀਣੀ ਹੈ, ਤਾਂ ਸਾਰੀ ਜ਼ਿੰਦਗੀ ਵੀ ਨਹੀਂ ਜੀ ਪਾਵਾਂਗੇ। ਇਸ ਲਈ ਸਮਾਂ ਅਸੀਂ ਡਿਸਾਈਡ ਕਰਨਾ ਹੈ, ਗੁਰੂ ਦੇ ਚਰਨਾਂ ਵਿੱਚ ਜਾਣਾ ਹੈ ਤੇ ਗੁਰੂ ਕਰੇਗਾ ਕਿਰਪਾ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਦੀ ਕਿਰਪਾ ਦੀ ਜਿਹੜੀ ਇਹ ਨਿਸ਼ਾਨੀ ਕੀ ਹੈ? ਕਿਰਪਾ ਜਦੋਂ ਕਰੇਗਾ ਤਾਂ ਉਹਦਾ ਰੂਪ ਕੀ ਹੈ? ਇਹ ਤਾਂ ਨਹੀਂ ਕਿ ਗੁਰੂ ਕਹੇਗਾ ਕਿ ਜਾ ਅੱਜ ਤੋਂ ਤੇਰੇ ਜੀਵਨ ਵਿੱਚ ਆਨੰਦ ਹੈ ਤੇ ਆਨੰਦ ਬਣ ਜਾਏਗਾ। ਗੁਰੂ ਨੇ ਸਾਧਨ ਦੱਸਣਾ ਹੈ, ਰਾਹ ਦੱਸਣਾ ਹੈ, ਅਪਣਾਣਾ ਅਸਾਂ ਆਪ ਹੈ, ਜੀਵਨ ਦਾ ਢੰਗ ਦੱਸਣਾ ਹੈ। ਗੁਰੂ ਜਦੋਂ ਕਿਰਪਾ ਕਰੇਗਾ ਤਾਂ ਕੀ ਕਰੇਗਾ? ਕਰ ਕਿਰਪਾ ਕਿਲ ਵਿਖ ਕੱਟੇ। ਕਿਰਪਾ ਕਰਕੇ ਗੁਰੂ ਸਾਡੀ ਜ਼ਿੰਦਗੀ ਚੋਂ ਪਾਪ ਖਤਮ ਕਰੇਗਾ। ਜ਼ਿੰਦਗੀ ਚੋਂ ਪਾਪ, ਕਿਉਂਕਿ ਦੁੱਖ ਕਿਉਂ ਹੈ, ਪਰੇਸ਼ਾਨੀਆਂ ਕਿਉਂ ਨੇ? ਪਰੇਸ਼ਾਨੀਆਂ, ਚਿੰਤਾਵਾਂ, ਦੁੱਖ ਮਨੁੱਖੀ ਜ਼ਿੰਦਗੀ ਵਿੱਚ ਪਾਪਾਂ ਕਰਕੇ, ਵਿਕਾਰਾਂ ਕਰਕੇ ਨੇ, ਅਪਰਾਧਾਂ ਕਰਕੇ ਨੇ। ਹੁਣ ਜਿਸ ਬੰਦੇ ਦੇ ਜੀਵਨ ਵਿੱਚ ਝੂਠ ਹੈ, ਕੀ ਝੂਠਾ ਬੰਦਾ ਖੁਸ਼ ਰਹਿ ਸਕਦਾ ਹੈ? ਹਾਂ, ਖੁਸ਼ੀ ਦਾ ਡਰਾਮਾ ਬੇਸ਼ੱਕ ਕਰੀ ਜਾਏ, ਆਨੰਦ ਦਾ ਡਰਾਮਾ ਕਰ ਸਕਦਾ ਹੈ, ਪਰ ਆਨੰਦ ਤਾਂ ਉਸ ਸੋਚ ਦਾ ਨਾਮ ਹੈ ਨਾ ਜਿੱਥੇ ਬੰਦਾ ਹਰ ਇੱਕ ਦੇ ਅੰਦਰ ਰੱਬ ਨੂੰ ਵੇਖ ਕੇ ਰੱਬ ਵਰਗਾ ਵਿਹਾਰ ਕਰਦਾ ਹੈ। ਤੇ ਝੂਠਾ ਬੰਦਾ ਤੇ ਡਰਾਮਾ ਕਰ ਰਿਹਾ, ਉਹਦੇ ਅੰਦਰ ਤੇ ਵਿਹਾਰ ਇਹੋ ਜਿਹਾ ਹੈ ਹੀ ਨਹੀਂ।
ਜਿਹੜਾ ਬੰਦਾ ਬੇਗਾਨੇ ਹੱਕ ਖਾ ਰਿਹਾ ਹੈ, ਜਿਹੜਾ ਬੰਦਾ ਠੱਗੀਆਂ ਮਾਰ ਰਿਹਾ ਹੈ, ਉਹਦੀ ਜ਼ਿੰਦਗੀ 'ਚ ਖੁਸ਼ੀ ਕਿਵੇਂ ਆਏਗੀ? ਕਿਉਂਕਿ ਖੁਸ਼ੀ ਤੇ ਆਧਾਰ ਤੇ ਸੱਚ ਹੈ। ਜਿਹੜੇ ਬੰਦੇ ਵਿੱਚ ਈਗੋ ਹੈ, ਹੰਕਾਰ ਨਾਲ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਫਿਰਦਾ ਹੈ, ਉਹਦੀ ਜ਼ਿੰਦਗੀ ਵਿੱਚ ਖੁਸ਼ੀ ਕਿਵੇਂ ਆਏਗੀ? ਕਿਉਂਕਿ ਖੁਸ਼ੀ ਤੇ ਨਿਮਰਤਾ ਵਿੱਚ। ਜੀਵਨ ਵਿੱਚ ਈਰਖਾ ਹੈ, ਵੈਰ ਵਿਰੋਧ ਹੈ, ਤਾਂ ਖੁਸ਼ੀ ਕਿਵੇਂ ਆਏਗੀ? ਕਿਉਂਕਿ ਖੁਸ਼ੀ ਤੇ ਪ੍ਰੇਮ ਭਾਵ ਵਿੱਚ ਹੈ। ਕਿਉਂਕਿ ਪਾਪਾਂ ਕਰਕੇ ਦੁੱਖ ਨੇ, ਪਾਪਾਂ ਕਰਕੇ ਚਿੰਤਾਵਾਂ ਨੇ, ਵਿਕਾਰਾਂ ਕਰਕੇ, ਅਪਰਾਧਾਂ ਕਰਕੇ, ਨੈਗੇਟਿਵਿਟੀ ਕਰਕੇ ਜੀਵਨ ਦੇ ਵਿੱਚ ਚਿੰਤਾਵਾਂ ਨੇ। ਇਸ ਲਈ ਗੁਰੂ ਸਾਨੂੰ ਸਭ ਤੋਂ ਪਹਿਲਾ ਉਪਦੇਸ਼ ਦੇਵੇਗਾ ਕਿ ਜ਼ਿੰਦਗੀ ਚੋਂ ਪਾਪ ਖਤਮ ਕਰ। ਇਹ ਤੇਰੇ ਪਾਪ, ਵਿਕਾਰ, ਤੇਰੀ ਖੁਸ਼ੀ ਦੇ ਅੰਦਰ ਸਪੀਡ ਬ੍ਰੇਕਰ ਨੇ, ਬਾਧਾ ਹੈ, ਦੀਵਾਰ ਹੈ, ਇਸ ਦੀਵਾਰ ਨੂੰ ਤੋੜ। ਹੁਣ ਸਾਨੂੰ ਪਤਾ ਨਹੀਂ ਕਿ ਪਾਪ ਕੀ ਹੈ ਔਰ ਪੁੰਨ ਕੀ ਹੈ, ਤੇ ਦੂਜੇ ਨੰਬਰ ਤੇ ਇਹਨਾਂ ਪਾਪਾਂ ਨੂੰ ਖਤਮ ਕਿਵੇਂ ਕਰੀਏ, ਵਿਕਾਰਾਂ ਨੂੰ ਖਤਮ ਕਿਵੇਂ ਕਰੀਏ? ਜੇ ਬੰਦਾ ਖਤਮ ਕਰਨਾ ਵੀ ਚਾਹੇ ਤੇ ਕਿਵੇਂ ਕਰੇ? ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਵਾਸਤੇ ਗਿਆਨ ਅੰਜਨ ਸਾਰਿਆ। ਪਾਪਾਂ ਨੂੰ ਦੂਰ ਕਰਨ ਲਈ ਗੁਰੂ ਸਾਨੂੰ ਗਿਆਨ ਦੀ ਦਾਤ ਦੇਵੇਗਾ, ਵਿਜ਼ਨ। ਅਸੀਂ ਇਸ ਦੁਨੀਆ ਨੂੰ ਕਿਵੇਂ ਵੇਖਣਾ ਹੈ, ਵਿਵੇਕ ਬੁੱਧ, ਕਾਮਨ ਸੈਂਸ, ਠੀਕ ਔਰ ਗਲਤ ਦਾ ਨਿਰਣਾ ਲੈਣਾ, ਪੁੰਨ ਕੀ ਹੈ, ਪਾਪ ਕੀ ਹੈ, ਇਹਦਾ ਨਿਖੇੜਾ ਕਰ ਜਾਣਨਾ। ਹੁਣ ਜੇ ਪਤਾ ਹੀ ਨਹੀਂ ਪੁੰਨ ਕੀ ਹੈ, ਪਾਪ ਕੀ ਹੈ, ਠੀਕ ਕੀ ਹੈ, ਗਲਤ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਜਿਹਨੂੰ ਇਸ ਬਾਰੇ ਗਿਆਨ ਨਹੀਂ ਹੈ, ਉਹ ਖੁਸ਼ ਨਹੀਂ ਰਹਿ ਪਾਏਗਾ, ਉਹ ਪਾਪਾਂ ਅਪਰਾਧਾਂ ਦਾ ਤਿਆਗ ਨਹੀਂ ਕਰ ਪਾਏਗਾ। ਇਸ ਲਈ ਜ਼ਿੰਦਗੀ ਦੇ ਅੰਦਰ ਕਾਮਨ ਸੈਂਸ ਚਾਹੀਦੀ ਹੈ, ਗਿਆਨ ਚਾਹੀਦਾ ਹੈ। ਜੇ ਅਸੀਂ ਪਰਿਵਾਰਕ ਜ਼ਿੰਦਗੀ ਦੀ ਗੱਲ ਕਰੀਏ ਔਰ ਅਸੀਂ ਗਿਆਨ ਦੀ ਸਹੀ ਵਰਤੋਂ ਕਰੀਏ ਤਾਂ ਜੀਵਨ ਵਿੱਚ, ਸਾਡੇ ਪਰਿਵਾਰਾਂ ਵਿੱਚ ਖੁਸ਼ੀਆਂ ਆ ਸਕਦੀਆਂ ਨੇ। ਦੇਖੋ, ਸਾਡੇ ਕੋਲ ਗਿਆਨ ਤੇ ਹੈ, ਅਸੀਂ ਹੱਥਾਂ ਨਾਲ ਕੰਮ ਕਰਦੇ ਹਾਂ, ਪੈਰਾਂ ਨਾਲ ਤੁਰਦੇ ਹਾਂ, ਜ਼ਬਾਨ ਨਾਲ ਬੋਲਦੇ ਹਾਂ, ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਕੋਈ ਨਾ ਕੋਈ ਕੰਮ ਹਰ ਬੰਦਾ ਕਰ ਰਿਹਾ ਹੈ, ਗਿਆਨ ਤੇ ਹੈ। ਲੇਕਿਨ ਗਿਆਨ ਦੀ ਸਹੀ ਵਰਤੋਂ ਨਹੀਂ ਨਾ। ਜੇ ਪਤਾ ਲੱਗ ਜਾਏ ਕਿ ਮੇਰੀ ਜ਼ਬਾਨ ਕਰਕੇ ਪੁਆੜੇ ਪੈਂਦੇ ਨੇ, ਮੇਰੀ ਗਲਤ ਬਿਆਨੀ ਕਰਕੇ ਸਾਡੇ ਘਰ ਵਿੱਚ ਕਲੇਸ਼ ਪੈਂਦਾ ਹੈ, ਤਾਂ ਬੰਦਾ ਜ਼ਬਾਨ ਦੀ ਵਰਤੋਂ ਸਹੀ ਕਰੇਗਾ ਨਾ। ਗੁਰੂ ਜੀ ਸਾਨੂੰ ਜ਼ਬਾਨ ਦੀ ਵਰਤੋਂ ਕਰਨੀ ਦੱਸਣਗੇ। ਜੇ ਸਾਨੂੰ ਸਮਝ ਆ ਜਾਏ ਕਿ ਮੈਂ ਕੰਨਾਂ ਦੇ ਨਾਲ ਜੋ ਕੁਝ ਸੁਣ ਰਿਹਾ ਹਾਂ, ਇਸ ਚੀਜ਼ ਦੇ ਨਾਲ ਤੇ ਮੇਰਾ ਪਰਿਵਾਰ ਬਰਬਾਦ ਹੋ ਜਾਏਗਾ। ਮੈਂ ਆਪਣੇ ਬੱਚਿਆਂ ਦੀ ਵਿਰੋਧਤਾ ਸੁਣ ਰਿਹਾ ਹਾਂ, ਮੇਰੇ ਨੂੰਹ ਦੇ ਖਿਲਾਫ ਆਣ ਕੇ ਕੋਈ ਗੱਲ ਕਰਦਾ ਹੈ ਤੇ ਮੈਂ ਉਹਨੂੰ ਸੁਣਨ ਵਿੱਚ ਰਸ ਲੈਂਦਾ ਹਾਂ ਔਰ ਮੈਂ ਉਹਦੇ ਤੇ ਵਿਸ਼ਵਾਸ ਕਰ ਲੈਣਾ, ਪਰ ਆਪਣੀ ਨੂੰਹ ਤੇ ਵਿਸ਼ਵਾਸ ਨਹੀਂ ਕਰਦਾ, ਤਾਂ ਉਹ ਚੁਗਲੀਆਂ ਜਿਹੜੀਆਂ ਨੇ ਮੇਰੇ ਘਰ ਨੂੰ ਬਰਬਾਦ ਕਰਨਗੀਆਂ। ਨੂੰਹ ਸੱਸ ਦੇ ਖਿਲਾਫ ਸੁਣ ਰਹੀ ਹੈ, ਸਹੁਰੇ ਦੇ ਖਿਲਾਫ ਸੁਣ ਰਹੀ, ਤਾਂ ਪ੍ਰੋਬਲਮ ਆਏਗੀ ਨਾ। ਇਸ ਲਈ ਕੰਨਾਂ ਦੇ ਨਾਲ ਕੀ ਸੁਣਨਾ ਹੈ? ਗੁਰੂ ਨੇ ਸਾਨੂੰ ਇਹ ਗਿਆਨ ਦੇਣਾ ਹੈ ਵੀ ਸੱਚ ਸੁਣਨਾ ਹੈ, ਨੈਗੇਟਿਵ ਚੀਜ਼ਾਂ ਨਹੀਂ ਸੁਣਨੀਆਂ। ਗੁਰੂ ਨੇ ਸਾਨੂੰ ਹੱਥਾਂ ਦੇ ਨਾਲ ਕੀ ਕਰਨਾ ਹੈ? ਹੁਣ ਮੈਂ ਸਵੇਰ ਤੋਂ ਲੈ ਕੇ ਸ਼ਰਾਬ ਪੀ ਰਿਹਾ ਤੇ ਖੁਸ਼ੀ ਕਿਵੇਂ ਜ਼ਿੰਦਗੀ 'ਚ ਰਹੇਗੀ? ਇਹਨੂੰ ਕਹਿੰਦੇ ਨੇ ਗਿਆਨ ਅੰਜਨ ਸਾਰਿਆ, ਗਿਆਨ ਦੀ ਸਹੀ ਵਰਤੋਂ। ਗਿਆਨ ਦੀ ਸਹੀ ਵਰਤੋਂ ਦੇ ਨਾਲ ਪਾਪ ਖਤਮ ਹੋਣਗੇ, ਤੇ ਜਦੋਂ ਜ਼ਿੰਦਗੀ ਵਿੱਚ ਪਾਪ ਖਤਮ ਹੋਣਗੇ, ਸ਼ੁਭ ਕਰਮ ਆਉਣਗੇ, ਉਦੋਂ ਜੀਵਨ ਵਿੱਚ ਖੁਸ਼ੀ ਪੈਦਾ ਹੋਏਗੀ, ਪਰਿਵਾਰ ਵਿੱਚ ਖੁਸ਼ਹਾਲੀ ਆਏਗੀ, ਸਮਾਜ ਅੰਦਰ ਖੁਸ਼ੀਆਂ ਫੈਲਣਗੀਆਂ। ਦੇਖੋ ਕਿੰਨੇ ਸੌਖੇ ਤਰੀਕੇ ਦੇ ਨਾਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਤੇ ਜਿਨ੍ਹਾਂ ਦੇ ਅੰਦਰ ਗਿਆਨ ਪੈਦਾ ਹੋ ਜਾਏਗਾ, ਜਿਹੜੇ ਗਿਆਨ ਦੀ ਸਹੀ ਵਰਤੋਂ ਕਰਨਗੇ, ਉਹਨਾਂ ਨੂੰ ਫਿਰ ਕੀ ਮਿਲੇਗਾ ਜੀ? ਉਹਨਾਂ ਦੀ ਨਿਸ਼ਾਨੀ ਕੀ ਹੋਏਗੀ? ਅੰਦਰੋਂ ਜਿਨਕਾ ਮੋਹ ਟੁੱਟਾ, ਉਹਨਾਂ ਦੀ ਜ਼ਿੰਦਗੀ ਚੋਂ ਮੋਹ ਖਤਮ ਹੋ ਜਾਏਗਾ। ਮੋਹ ਖਤਮ ਹੋ ਜਾਏਗਾ। ਦੇਖੋ, ਜਿੱਥੇ ਮੋਹ ਹੁੰਦਾ ਹੈ ਨਾ, ਮੋਹ ਵਾਸਤੇ ਬੰਦਾ ਸਿਰਫ ਆਪਣੇ ਲਈ ਸੋਚਦਾ ਹੈ। ਮੈਨੂੰ ਆਪਣੇ ਸਰੀਰ ਦਾ, ਪਰਿਵਾਰ ਦਾ ਮੋਹ ਹੈ, ਤਾਂ ਮੈਂ ਸਾਰੀਆਂ ਖੁਸ਼ੀਆਂ ਆਪਣੇ ਵਾਸਤੇ ਸੋਚਾਂਗਾ, ਮੈਨੂੰ ਮਿਲਣ। ਬਾਕੀ ਕਲਾਸ ਵਾਲੇ ਵੀਰ ਭੈਣਾਂ ਜਾਣ ਜਿੱਧਰ ਜਾਂਦੇ ਨੇ, ਮੈਨੂੰ ਖੁਸ਼ੀ ਚਾਹੀਦੀ, ਮੈਨੂੰ ਗਰਮ ਪ੍ਰਸ਼ਾਦਾ ਮਿਲ ਜਾਏ, ਮੈਨੂੰ ਦੁੱਧ ਦਾ ਗਲਾਸ ਮਿਲ ਜਾਏ, ਬਾਕੀ ਰਹਿੰਦੇ ਨੇ ਰਹਿ ਜਾਣ, ਮੈਨੂੰ ਫਰੂਟ ਮਿਲ ਜਾਏ।
ਤੇ ਜੇ ਹਰ ਇੱਕ ਦੀ ਸੋਚ ਐਸੀ ਬਣ ਜਾਏ ਤੇ ਕੀ ਬਣੇਗਾ? ਐਸੀ ਸੋਚ ਬਣ ਜਾਏ ਤੇ ਫਿਰ ਕੀ ਬਣੇਗਾ? ਐਸੀ ਸੋਚ ਰਾਹੀਂ ਖੁਸ਼ੀ ਨਹੀਂ ਪੈਦਾ ਹੋ ਸਕਦੀ। ਖੁਸ਼ੀ ਪੈਦਾ ਹੋਣੀ ਹੈ, ਸਵਾਰਥ ਖਤਮ ਹੋਵੇ, ਸੈਲਫਿਸ਼ਨੈਸ ਇਸ ਦੁਨੀਆ ਵਿੱਚ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਸੈਲਫਿਸ਼ਨੈਸ, ਮੋਹ, ਸਵਾਰਥ, ਕਿਉਂਕਿ ਸਵਾਰਥੀ ਮਨੁੱਖ ਆਪਣੀ ਖੁਸ਼ੀ ਵਾਸਤੇ ਦੂਜਿਆਂ ਨੂੰ ਦੁੱਖਾਂ ਵਿੱਚ ਧਕੇਲਣ ਤੋਂ ਸੰਕੋਚ ਨਹੀਂ ਕਰਦਾ। ਸਵਾਰਥੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਫੁੱਲ ਪੈਦਾ ਕਰਨ ਲਈ ਦੂਜਿਆਂ ਦੇ ਰਾਹਾਂ ਵਿੱਚ ਕੰਡੇ ਬੀਜੇਗਾ। ਸਵਾਰਥੀ ਮਨੁੱਖ ਆਪਣੀ ਆਬਾਦੀ ਵਾਸਤੇ ਦੂਜੇ ਨੂੰ ਬਰਬਾਦ ਕਰੇਗਾ। ਤੇ ਜੇ ਹਰ ਬੰਦੇ ਦੀ ਬਿਰਤੀ ਐਸੀ ਹੋਏਗੀ ਤੇ ਦੁਨੀਆ ਦਾ ਹਾਲ ਕੀ ਹੋਏਗਾ? ਜੇ ਪਰਿਵਾਰ ਵਿੱਚ ਸਾਰੇ ਹੀ ਸੈਲਫਿਸ਼ ਹੋ ਜਾਣ ਫਿਰ ਕੀ ਹੋਏਗਾ? ਇਸ ਲਈ ਸਭ ਤੋਂ ਪਹਿਲਾਂ ਗੁਰੂ ਸਾਡੀ ਜ਼ਿੰਦਗੀ ਦੇ ਅੰਦਰ ਗਿਆਨ ਦੀ ਦਾਤ ਦੇਵੇਗਾ, ਪਾਪ ਕੱਟੇਗਾ, ਤਾਂ ਗਿਆਨ ਰਾਹੀਂ ਫਿਰ ਅਸੀਂ ਵੇਖਾਂਗੇ ਕਿ ਮੇਰੇ ਅੰਦਰ ਸੈਲਫਿਸ਼ਨੈਸ ਤਾਂ ਨਹੀਂ, ਮੇਰੇ ਅੰਦਰ ਮੋਹ ਤਾਂ ਨਹੀਂ। ਜਦੋਂ ਸੈਲਫਿਸ਼ਨੈਸ ਖਤਮ ਹੋਏਗੀ ਉਦੋਂ ਮੈਂ ਦੂਜਿਆਂ ਵਾਸਤੇ ਸੋਚਾਂਗਾ ਕਿ ਦੂਜਿਆਂ ਨੂੰ ਵੀ ਖੁਸ਼ੀ ਮਿਲੇ ਤੇ ਦੂਜੇ ਮੇਰੇ ਵਾਸਤੇ ਸੋਚਣਗੇ। ਜੇ ਮੈਂ ਕਿਸੇ ਦੇ ਰਾਹਾਂ ਵਿੱਚ ਕੰਡੇ ਬੀਜਣ ਦੀ ਬਜਾਏ ਮੈਂ ਰਾਹਾਂ ਦੇ ਵਿੱਚ ਫੁੱਲ ਬੀਜਾਂ, ਤੁਸੀਂ ਦੂਜਿਆਂ ਦੇ ਰਾਹਾਂ ਵਿੱਚ ਫੁੱਲ ਬੀਜੋ ਤਾਂ ਸਾਰੀ ਦੁਨੀਆ ਫੁੱਲਾਂ ਦੇ ਨਾਲ ਭਰੀ ਜਾਏਗੀ, ਸਾਰੇ ਰਾਸਤੇ ਫੁੱਲਾਂ ਨਾਲ ਸੁਗੰਧਿਤ ਹੋ ਜਾਣਗੇ। ਤੇ ਮੈਂ ਤੁਹਾਡੇ ਰਾਹ ਵਿੱਚ ਕੰਡੇ ਖਿਲਾਰਾਂ, ਤੁਸੀਂ ਮੇਰੇ ਤੇ ਸਾਰੀ ਦੁਨੀਆ ਦੇ ਰਾਸਤੇ ਵਿੱਚ ਕੰਡੇ ਹੀ ਕੰਡੇ ਖਿਲਰ ਜਾਣਗੇ ਨਾ। ਜਿਵੇਂ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਇੱਕ ਸਬਜ਼ੀ ਵਾਲਾ ਬੰਦਾ ਫਲਾਂ ਦੇ ਅੰਦਰ ਟੀਕੇ ਲਗਾ ਰਿਹਾ ਹੈ ਤੇ ਉਹ ਸੋਚਦਾ ਮੈਂ ਤੇ ਆਪਣੇ ਬੱਚਿਆਂ ਨੂੰ ਇਹ ਨਹੀਂ ਦੇਣੇ, ਮੈਂ ਤਾਂ ਆਪਣੇ ਬੱਚਿਆਂ ਲਈ ਵੱਖਰੇ ਫਲ ਰੱਖ ਲੈਣੇ, ਮੇਰੇ ਬੱਚੇ ਕਿਹੜਾ ਬਿਮਾਰ ਹੋਣੇ ਨੇ। ਦੁੱਧ ਦੇ ਅੰਦਰ ਵੇਚਣ ਵਾਲਾ ਬੰਦਾ ਕਹਿੰਦਾ ਮੈਂ ਤੇ ਆਪਣੀ ਮੱਝ ਦਾ ਦੁੱਧ ਚੰਗਾ ਚੋ ਕੇ ਘਰ ਰੱਖ ਲਿਆ, ਬੱਚਿਆਂ ਲਈ ਕੈਮੀਕਲ ਵਾਲਾ ਤੇ ਮੈਂ ਦੂਜਿਆਂ ਨੂੰ ਦੇ ਰਿਹਾ ਵਾਂ, ਉਹ ਫਰੂਟ ਵਾਲੇ ਬੱਚੇ ਬਿਮਾਰ ਹੋ ਜਾਣਗੇ। ਉਹ ਫਰੂਟ ਖਰੀਦ ਕੇ ਲਿਆਏਗਾ, ਦੁੱਧ ਵਾਲੇ ਦੇ ਬੱਚੇ ਫਰੂਟ ਵਾਲਾ ਬਿਮਾਰ ਕਰਦੇ। ਡਾਕਟਰ ਜਿਹੜਾ ਹੈ ਉਹ 2 ਨੰਬਰ ਦੀਆਂ ਦਵਾਈਆਂ ਜੀ ਦੇਈ ਜਾ ਕਿ ਮੇਰੇ ਬੱਚਿਆਂ ਨੂੰ ਕੀ ਹੋਣਾ ਹੈ, ਦੂਜਾ ਦੂਜੇ ਨਾਲ, ਤਾਂ ਕੀ ਹੋਏਗਾ? ਇਸ ਤਰ੍ਹਾਂ ਸਮਾਜ ਦੇ ਅੰਦਰ ਦੁਖਾਂਤ ਵਾਪਰੇਗਾ ਨਾ। ਤੇ ਜੇ ਹਰ ਬੰਦਾ ਇਮਾਨਦਾਰੀ ਨਾਲ ਕੰਮ ਕਰੇ, ਸੈਲਫਿਸ਼ਨੈਸ ਖਤਮ ਹੋ ਜਾਏ ਤੇ ਸਾਰੀ ਦੁਨੀਆ ਖੁਸ਼ ਹੋਏਗੀ। ਇਸ ਲਈ ਅੰਦਰੋਂ ਜਿਨਕਾ ਮੋਹ ਟੁੱਟਾ ਉਹਨਾਂ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਉਹਨਾਂ ਦੇ ਜੀਵਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਤੇ ਉਹੀ ਦੂਜਿਆਂ ਨੂੰ ਵੀ ਖੁਸ਼ੀ ਵੰਡ ਸਕਦੇ। ਤੇ ਜਿਨ੍ਹਾਂ ਦੀ ਜ਼ਿੰਦਗੀ ਚੋਂ ਮੋਹ ਖਤਮ ਹੋ ਜਾਏਗਾ ਉਹਨਾਂ ਦੀ ਨਿਸ਼ਾਨੀ ਕੀ ਹੋਏਗੀ? ਤਿਨਕਾ ਸ਼ਬਦ ਸੱਚੇ ਸਵਾਰਿਆ, ਸ਼ਬਦ ਸਵਾਰ ਦਿੱਤਾ, ਬੋਲ ਸਵਾਰ ਦਿੱਤਾ, ਉਹਦਾ ਜੀਵਨ ਸੰਵਰ ਜਾਏਗਾ। ਔਰ ਜੀਵਨ ਦੀ ਸਭ ਤੋਂ ਪਹਿਲੀ ਨਿਸ਼ਾਨੀ ਕਿੱਥੋਂ ਮਿਲੇਗੀ? ਸਵਰੇ ਹੋਏ ਜੀਵਨ ਦੀ ਬੋਲ ਬਾਣੀ ਚ। ਇਹ ਜ਼ਬਾਨ ਜਿਹੜੀ ਹੈ ਨਾ, ਮਨੁੱਖ ਦਾ ਸਰੀਰ ਇੱਕ ਦੁਕਾਨ ਦੀ ਤਰ੍ਹਾਂ ਹੈ ਤੇ ਜ਼ਬਾਨ ਇਸ ਜੀਵਨ ਦਾ, ਸਰੀਰ ਦਾ, ਦੁਕਾਨ ਦਾ ਤਾਲਾ ਹੈ, ਜਿੰਦਰਾ। ਜਦੋਂ ਜਿੰਦਰਾ ਖੁੱਲਦਾ ਹੈ ਤੇ ਪਤਾ ਲੱਗਦਾ ਨਾ ਕਿ ਇਸ ਦੁਕਾਨ ਦੇ ਅੰਦਰ ਕੀ ਹੈ, ਨਹੀਂ ਤੇ ਦੁਕਾਨ ਬੰਦ ਵਿੱਚ ਪਤਾ ਹੀ ਨਹੀਂ ਲੱਗਣਾ। ਜਦੋਂ ਜਿੰਦਰਾ ਖੁੱਲੇਗਾ, ਜ਼ਬਾਨ ਰਾਹੀਂ ਬੰਦਾ ਬੋਲੇਗਾ ਤਾਂ ਪਤਾ ਲੱਗੇਗਾ ਕਿ ਇਹ ਦੁਕਾਨ ਹੀਰਿਆਂ ਦੀ ਹੈ ਕਿ ਕੋਲਿਆਂ ਦੀ ਹੈ। ਬੋਲੇਗਾ ਕੀ? ਉਹਦੀ ਬੋਲ ਬਾਣੀ ਚੋਂ ਪਤਾ ਲੱਗੇਗਾ ਕਿ ਬੰਦਾ ਖੜਾ ਕਿੱਥੇ ਹੈ। ਇਹ ਗੱਲ ਵੱਖਰੀ ਹੈ ਕਿ ਬੰਦਾ ਆਪਣੇ ਬੋਲਾਂ ਬਾਰੇ ਨਹੀਂ ਸੋਚਦਾ ਕਿ ਮੈਂ ਕੀ ਬੋਲ ਰਿਹਾ, ਪਰ ਦੁਨੀਆ ਨੂੰ ਤੁਹਾਡੇ ਬੋਲਦਿਆਂ ਹੀ ਪਤਾ ਲੱਗ ਜਾਣਾ ਹੈ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਮੈਂ ਕਿੱਥੋਂ ਬੋਲ ਰਿਹਾ ਹਾਂ। ਮੇਰੇ ਬੋਲਣ ਤੋਂ ਹੀ ਸਮਝ ਲੱਗ ਜਾਣੀ ਹੈ। ਦੇਖੋ, ਜੇ ਮੈਂ ਹੁਣ ਇੱਥੇ ਵਿਚਾਰ ਕਰ ਰਿਹਾ ਨਾ ਗੁਰਬਾਣੀ ਦੀ, ਬਾਈ ਦੀ ਵੇ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਨ ਦੀ ਟਰਾਈ ਕਰਾਂ ਤਾਂ ਮੇਰੇ ਬੋਲਾਂ ਤੋਂ ਨਾਲ ਦੇ ਨਾਲ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਇਸ ਬੰਦੇ ਦੀ ਭਾਵਨਾ ਇਹ ਹੈ। ਬੇਸ਼ੱਕ ਮੈਂ ਗੁਰਬਾਣੀ ਦੀ ਗੱਲ ਕਰ ਰਿਹਾ, ਪਰ ਇਹਦੇ ਪਿੱਛੇ ਮੇਰੀ ਭਾਵਨਾ ਜ਼ਰੂਰ ਝਲਕੇਗੀ। ਤੁਸੀਂ ਕਿਸੇ ਬੰਦੇ ਨੂੰ ਸਲਾਹ ਦੇ ਰਹੇ ਹੋ ਤੇ ਜਿਹੜਾ ਨਾਲ ਖੜਾ ਹੋਏਗਾ ਨਾ, ਉਹਨੂੰ ਤੁਹਾਡੀ ਭਾਵਨਾ ਦਾ ਪਤਾ ਲੱਗ ਜਾਏਗਾ ਕਿ ਕਿਸ ਭਾਵਨਾ ਨਾਲ ਸਲਾਹ ਦੇ ਰਿਹਾ। ਚੰਗੀ ਭਾਵਨਾ ਵੀ ਹੋ ਸਕਦੀ, ਮਾੜੀ ਵੀ। ਮੇਰੇ ਕਦਾਚਿਤ ਭਾਵ ਨਹੀਂ ਕਿ ਕਿਸੇ ਨੂੰ ਸਲਾਹ ਨਾ ਦਿਓ, ਲੇਕਿਨ ਸਵਾਰਥ ਤੋਂ ਉੱਤੇ ਉੱਠ ਕੇ ਬੋਲਾਂ ਤੋਂ ਪਤਾ ਲੱਗੇਗਾ, ਉਹਦੇ ਬੋਲ ਸੰਵਰ ਜਾਣਗੇ।
ਤੇ ਦੇਖੋ ਜੇ ਬੰਦਾ ਆਪਣੀ ਜ਼ਬਾਨ ਤੇ ਕੰਟਰੋਲ ਕਰ ਲਵੇ 95% ਇਹਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ। ਜੇ ਜ਼ਬਾਨ ਨਾਲ ਇਹ ਸੱਚੇ ਬੋਲ ਬੋਲੇ, ਪਿਆਰ ਵਾਲੇ ਬੋਲ ਬੋਲੇ, ਪੋਜ਼ਿਟਿਵ ਬੋਲ ਬੋਲੇ, ਤਾਂ ਇਹਦੀ ਜ਼ਿੰਦਗੀ ਬਿਲਕੁਲ ਬਦਲ ਜਾਏਗੀ। ਤੁਸੀਂ ਮਹੀਨਾ 2 ਮਹੀਨੇ ਟਰਾਈ ਕਰੋ ਕਿ ਨੈਗੇਟਿਵ ਬੋਲਣਾ ਛੱਡ ਦਿਓ। ਨਾ ਸ਼ਬਦ, ਸਟ੍ਰੈਸ ਸ਼ਬਦ, ਪਰੇਸ਼ਾਨੀ, ਮੇਰਾ ਮੂਡ ਠੀਕ ਨਹੀਂ, ਬੱਚੇ ਬੜਾ ਪਰੇਸ਼ਾਨ ਕਰਦੇ ਨੇ, ਜਾਂ ਇਹੋ ਜਿਹੀਆਂ ਚੀਜ਼ਾਂ, ਇਹ ਜਿਹੜੇ ਨੈਗੇਟਿਵ ਬੋਲ ਨੇ 1 ਮਹੀਨੇ ਵਾਸਤੇ ਬੰਦ ਕਰਕੇ ਦੇਖੋ। ਸਿਰਫ ਪੋਜ਼ਿਟਿਵ ਬੋਲੋ, ਤੁਸੀਂ ਦੇਖੋਗੇ ਮਹੀਨੇ ਬਾਅਦ ਜ਼ਿੰਦਗੀ ਹੀ ਚੇਂਜ ਹੋ ਜਾਏਗੀ, ਜੀਵਨ ਹੀ ਚੇਂਜ ਹੋ ਜਾਏਗਾ, ਸੰਸਾਰ ਹੀ ਖੁਸ਼ਹਾਲ ਨਜ਼ਰੀ ਆਉਣ ਲੱਗ ਜਾਏਗਾ। ਤਾਂ ਬੋਲ ਬਾਣੀ, ਟੂਟ ਪ੍ਰੀਤ ਗਈ ਗੁਰ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਮਾੜੇ ਬੋਲਾਂ ਨਾਲ ਪ੍ਰੀਤ ਟੁੱਟ ਜਾਂਦੀ ਹੈ, ਮਾੜੇ ਬੋਲਾਂ ਨਾਲ ਸੰਬੰਧ ਟੁੱਟ ਜਾਂਦੇ ਨੇ, ਮਾੜੇ ਬੋਲਾਂ ਨਾਲ ਦੂਰੀਆਂ ਵੱਧ ਜਾਂਦੀਆਂ ਨੇ, ਮਾੜੇ ਬੋਲਾਂ ਦੇ ਨਾਲ ਕਲੇਸ਼ ਪੈ ਜਾਂਦਾ ਹੈ, ਔਰ ਚੰਗੇ ਬੋਲਾਂ ਦੇ ਨਾਲ ਪ੍ਰੀਤ ਟੁੱਟ ਜਾਂਦੀ ਹੈ, ਪ੍ਰੀਤ ਬਣ ਜਾਂਦੀ ਹੈ, ਸੌਰੀ, ਚੰਗੇ ਬੋਲਾਂ ਨਾਲ ਪ੍ਰੀਤ ਬਣ ਜਾਂਦੀ ਹੈ, ਟੁੱਟੇ ਹੋਏ ਰਿਸ਼ਤੇ ਜੁੜ ਜਾਂਦੇ ਨੇ, ਵਧੀਆਂ ਹੋਈਆਂ ਦੂਰੀਆਂ ਘਟ ਜਾਂਦੀਆਂ ਨੇ, ਬੰਦਾ ਬੰਦੇ ਦੇ ਨਜ਼ਦੀਕ ਆ ਜਾਂਦਾ ਹੈ, ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆ ਜਾਂਦੀਆਂ ਨੇ। ਤਾਂ ਗੁਰੂ ਗਿਆਨ ਦੀ ਦਾਤ ਦੇਵੇਗਾ, ਗਿਆਨ ਰਾਹੀਂ ਸਾਨੂੰ ਚੰਗੇ ਮਾੜੇ ਦੀ ਪਛਾਣ ਆਏਗੀ, ਮਾੜੀਆਂ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਚੋਂ ਡਿਲੀਟ ਕਰਾਂਗੇ, ਸਾਡੀ ਜ਼ਿੰਦਗੀ ਦੇ ਅੰਦਰ ਉਹ ਸੈਲਫਿਸ਼ਨੈਸ ਖਤਮ ਹੋਏਗੀ ਔਰ ਸਾਡੀ ਬੋਲ ਬਾਣੀ ਸੰਵਰ ਜਾਏਗੀ। ਕਹਿ ਨਾਨਕ ਇਹ ਆਨੰਦ ਹੈ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਹੈ ਖੁਸ਼ੀ ਦਾ ਰਾਜ਼, ਇਹ ਹੈ ਆਨੰਦ ਦਾ ਮੂਲ, ਇਹ ਹੈ ਆਨੰਦ ਦਾ ਰਾਸਤਾ। ਆਨੰਦ ਗੁਰ ਤੇ ਜਾਣਿਆ, ਤੇ ਇਹ ਆਨੰਦ ਜਿਹੜਾ ਨਾ ਗੁਰੂ ਤੋਂ ਜਾਣਿਆ ਜਾਏ। ਗਿਆਨ ਗੁਰੂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੜ੍ਹੋ। ਗੁਰਬਾਣੀ ਦਾ ਹਰ ਸ਼ਬਦ ਸਾਨੂੰ ਚੰਗੀ ਜ਼ਿੰਦਗੀ ਜੀਣ ਦੀ ਪ੍ਰੇਰਨਾ ਦਿੰਦਾ ਹੈ। ਜਿਵੇਂ ਆਪਾਂ 6 ਗੱਲਾਂ ਬਾਰ-ਬਾਰ ਰਿਪੀਟ ਕਰ ਰਹੇ ਹਾਂ, ਕੀ ਬੋਲਣਾ ਹੈ, ਕੀ ਸੁਣਨਾ ਹੈ, ਕੀ ਸੋਚਣਾ ਹੈ, ਕੀ ਕਰਨਾ ਹੈ, ਕਿੱਧਰ ਜਾਣਾ ਹੈ, ਇਹ ਚੀਜ਼ਾਂ ਸਾਡੀ ਖੁਸ਼ੀ ਔਰ ਗਮੀ ਨੂੰ ਡਿਸਾਈਡ ਕਰਨਗੀਆਂ, ਸਾਡੇ ਵਿਕਾਸ ਔਰ ਵਿਨਾਸ਼ ਨੂੰ ਡਿਸਾਈਡ ਕਰਨਗੀਆਂ, ਸਾਡੇ ਜੀਵਨ ਦੇ ਸੁੱਖਾਂ ਔਰ ਦੁੱਖਾਂ ਨੂੰ ਨਿਰਧਾਰਿਤ ਕਰਨਗੀਆਂ। ਸਾਡੀਆਂ ਇਹ ਚੀਜ਼ਾਂ, ਸਾਡਾ ਇਹ ਜੀਵਨ, ਹੁਕਮ ਰਜ਼ਾਈ ਚੱਲਣਾ, ਸਾਨੂੰ ਖੁਸ਼ੀ ਵਾਸਤੇ ਗੁਰੂ ਪਾਤਸ਼ਾਹ ਨੇ ਇੱਕੋ ਹੀ ਸਾਧਨ ਦੇ ਦਿੱਤਾ ਹੈ, ਜੇ ਛੋਟੇ ਰੂਪ ਦੇ ਵਿੱਚ ਬਿਆਨ ਕਰੀਏ। ਥਾਂ ਥਾਂ ਤੇ ਗੁਰੂ ਜੀ ਕਹਿ ਰਹੇ ਨੇ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਜੇ ਅਵਗੁਣ ਕਰੇਗਾ ਤੇਰੀ ਜ਼ਿੰਦਗੀ 'ਚ ਪਛਤਾਵਾ ਆਏਗਾ। ਇਸ ਲਈ ਖੁਸ਼ੀ ਵਾਸਤੇ, ਆਨੰਦ ਵਾਸਤੇ ਸਾਨੂੰ ਗੁਰੂ ਦੀ ਜ਼ਰੂਰਤ ਪਵੇਗੀ। ਗੁਰੂ ਦੇ ਦੱਸੇ ਰਾਹ ਤੇ ਚੱਲਾਂਗੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸਾਡੀ ਜ਼ਿੰਦਗੀ ਤੋਂ ਸੈਲਫਿਸ਼ਨੈਸ ਖਤਮ ਹੋਏਗੀ, ਪਾਪ ਖਤਮ ਹੋਣਗੇ, ਅਪਰਾਧ ਖਤਮ ਹੋਣਗੇ। ਅਸੀਂ ਚੰਗਾ ਸੋਚਾਂਗੇ, ਚੰਗਾ ਬੋਲਾਂਗੇ, ਚੰਗਾ ਸੁਣਾਂਗੇ, ਚੰਗਾ ਕਰਾਂਗੇ, ਸਾਡੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਏਗਾ। ਹੁਣ ਦੇਖੋ, ਇਸ ਆਨੰਦ ਵਾਸਤੇ, ਇਸ ਖੁਸ਼ੀ ਵਾਸਤੇ, ਇਸ ਪੌੜੀ ਦੇ ਵਿੱਚੋਂ ਜੋ ਸਾਨੂੰ ਉਪਦੇਸ਼ ਮਿਲ ਰਿਹਾ ਹੈ, ਇਹਦੇ ਵਿੱਚੋਂ ਕਿਹੜੀ ਗੱਲ ਔਖੀ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ? ਨਾ ਤੇ ਇੱਥੇ ਤੁਹਾਨੂੰ ਇਹ ਕਿਹਾ ਗਿਆ ਕਿ ਤੁਸੀਂ ਸਵੇਰੇ ਉੱਠ ਕੇ 2 ਘੰਟੇ ਸਮਾਧੀ ਲਾਣੀ, ਬਿਲਕੁਲ ਨਹੀਂ ਕਿਹਾ। ਨਾ ਇੱਥੇ ਤੁਹਾਨੂੰ ਕਿਹਾ ਕਿ ਤੁਸੀਂ ਯੋਗਾ ਕਰਨਾ ਹੈ, ਪੁੱਠੇ ਸਿੱਧੇ ਸਾਹ ਲੈਣਾ। ਨਾ ਇੱਥੇ ਕਿਹਾ ਹੈ ਕਿ ਤੁਸੀਂ ਇਹੋ ਜਿਹਾ ਪਹਿਨਾਵਾ ਪਹਿਨਣਾ ਹੈ, ਤੁਸੀਂ ਜੰਗਲਾਂ ਵਿੱਚ ਜਾਣਾ ਹੈ, ਭੋਰਿਆਂ ਵਿੱਚ ਵੜਨਾ ਹੈ, ਤੀਰਥਾਂ ਤੇ ਨਹਾਉਣਾ ਹੈ, ਵਰਤ ਰੱਖਣੇ ਨੇ, ਸਰਾਧ ਕਰਨੇ ਨੇ, ਨਰਾਤੇ ਕਰਨੇ ਨੇ, ਜਪ ਤਪ ਸੰਜਮ ਕਰਨਾ ਹੈ, ਕੁਝ ਵੀ ਨਹੀਂ ਕਿਹਾ। ਬਿਲਕੁਲ ਸਿੰਪਲ ਔਰ ਸੌਖਾ ਰਾਸਤਾ, ਜ਼ਿੰਦਗੀ ਜੀਂਦਿਆਂ ਆਪਣੀ ਸੋਚ ਨੂੰ ਚੇਂਜ ਕਰਨਾ ਤੇ ਸਾਡੇ ਜੀਵਨ ਵਿੱਚ ਖੁਸ਼ੀਆਂ, ਆਨੰਦ, ਖੇੜਾ, ਪ੍ਰਸੰਨਤਾ, ਪ੍ਰਭੂ ਦਾ ਮਿਲਾਪ ਜ਼ਿੰਦਗੀ ਜੀਂਦਿਆਂ ਹੀ ਪ੍ਰਾਪਤ ਹੋ ਜਾਏ। ਔਰ ਇਹ ਸਾਰਾ ਕੁਛ ਭੰਡਾਰ ਹਰ ਇਨਸਾਨ ਦੇ ਅੰਦਰ ਭਰੇ ਪਏ ਨੇ। ਸਿਰਫ ਇਹਨਾਂ ਚੀਜ਼ਾਂ ਨੂੰ ਵਰਤੋਂ ਵਿੱਚ ਲਿਆਉਣਾ ਹੈ। ਕਿਰਪਾ ਰੱਬ ਦੀ ਹੋਈ ਪਈ ਹੈ, ਚਾਰ ਚੁਫੇਰੇ ਕਿਰਪਾ ਹੀ ਕਿਰਪਾ ਫੈਲੀ ਪਈ ਹੈ। ਸਿਰਫ ਉਸ ਕਿਰਪਾ ਨੂੰ ਵਰਤਣਾ ਹੈ, ਆਪਣੇ ਸਰੀਰ ਦੇ ਗਿਆਨ ਇੰਦਰੀਆਂ ਦੀ ਵਰਤੋਂ ਠੀਕ ਕਰਨੀ ਹੈ ਤੇ ਜੀਵਨ ਵਿੱਚ ਖੁਸ਼ੀਆਂ ਆ ਜਾਣੀਆਂ ਨੇ। ਅਗਲਾ ਬਚਨ ਕਰਦੇ ਨੇ ਬਾਬਾ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਜਿਸ ਤੂੰ ਦੇਹ
बिंदी लगा के पढ़ना है, सोई जन पावे। देह नहीं पढ़ना, देह दा डायरैक्ट हो जाएगा कि तू मैनू सिद्धा दे। इत्थे थर्ड पर्सन की गल, जिस नू तू देवें बाबा, जिस तू देहें सोई जन पावे। हे मालिक, जिस नू तू ਇਹ ਦਾਤ ਦੇਣਾ ਹੈ ਉਹ ਇਹ ਦਾਤ ਪਾ ਲੈਂਦਾ ਹੈ। ਹੁਣ ਇੱਥੇ ਸਾਨੂੰ ਕਨਫਿਊਜ਼ਨ ਹੁੰਦੀ ਹੈ ਆਣ ਕੇ ਨਾ, ਕਿ ਜਿਸ ਨੂੰ ਰੱਬ ਦੇਵੇਗਾ ਉਹ ਪਾ ਲਵੇਗਾ। ਜਿਸ ਨੂੰ ਰੱਬ ਦੇਵੇਗਾ, ਇਹਦਾ ਮਤਲਬ ਰੱਬ ਨੇ ਸਾਨੂੰ ਖੁਸ਼ੀ ਨਹੀਂ ਦਿੱਤੀ ਤੇ ਦੋਸ਼ੀ ਕੌਣ ਹੋਇਆ? ਦੋਸ਼ੀ ਤੇ ਫਿਰ ਰੱਬ ਹੀ ਹੋਇਆ ਨਾ। ਚੋਰੀਆਂ ਅਸੀਂ ਕਰ ਰਹੇ ਹਾਂ ਤੇ ਦੋਸ਼ੀ ਰੱਬ ਹੋਇਆ ਕਿ ਸਾਡੇ ਤੋਂ ਚੋਰੀਆਂ ਕਰਾ ਰਿਹਾ ਹੈ। ਗੱਲ ਇਹ ਹੈ ਕਿ ਖੁਸ਼ੀ ਚਾਹੁੰਦਾ ਕੌਣ ਹੈ? ਰੱਬ ਉਸੇ ਨੂੰ ਦੇਵੇਗਾ ਨਾ। ਜਿਹੜਾ ਖੁਸ਼ੀ ਚਾਹੁੰਦਾ ਹੈ, ਰੱਬ ਉਸੇ ਨੂੰ ਖੁਸ਼ੀ ਦੇਵੇਗਾ। ਤੇ ਜੇ ਅਸੀਂ ਖੁਸ਼ੀ ਚਾਹੁੰਦੇ ਹੀ ਨਹੀਂ ਤੇ ਫਿਰ ਕਿਵੇਂ ਦੇਵੇ? ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈਏ ਫੂਕ। ਸੱਚਾ ਸਤਿਗੁਰੂ ਕੀ ਕਰੇਗਾ? ਜੇ ਸਿੱਖ ਦੇ ਅੰਦਰ ਕਮੀ ਹੋਵੇ ਤੇ ਸਿੱਖ ਉਸ ਕਮੀ ਨੂੰ ਸੁਧਾਰਨਾ ਹੀ ਨਾ ਚਾਹੇ ਤਾਂ ਗੁਰੂ ਉੱਥੇ ਕੀ ਕਰ ਸਕਦਾ? ਕੁਝ ਵੀ ਨਹੀਂ। ਹੁਣ ਦੇਖੋ, ਇਹ ਚੀਜ਼ ਨੂੰ ਅਸੀਂ ਬੜੇ ਗੌਰ ਨਾਲ ਵਿਚਾਰੀਏ। ਬਾਬਾ ਪ੍ਰਿਥੀਆ ਹੈ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਮਾਤਾ ਪਿਤਾ ਦੋਵਾਂ ਦੇ ਇੱਕ ਨੇ, ਗੁਰੂ ਦੋਵਾਂ ਦਾ ਇੱਕ ਹੈ, ਲੇਕਿਨ ਪ੍ਰਿਥੀ ਦੇ ਅੰਦਰ ਕੋਈ ਫਰਕ ਪਿਆ? ਪ੍ਰਿਥੀ ਦੀ ਸੋਚ ਦੇਖ ਲਓ ਕਿ 6ਵੇਂ ਪਾਤਸ਼ਾਹ ਦੇ ਉੱਤੇ ਜਾਨਲੇਵਾ ਹਮਲੇ ਉਹਨੇ 2-3 ਵਾਰੀ ਕਰਵਾਏ ਨੇ, ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ। ਗੁਰੂ ਅਰਜਨ ਦੇਵ ਦੇ ਉੱਤੇ ਕਿਵੇਂ ਉਹ, ਜਦੋਂ ਗੁਰੂ ਰਾਮਦਾਸ ਜੀ ਦੇ ਅੰਤਮ ਗੋਇੰਦਵਾਲ ਸਾਹਿਬ ਦੇ ਅੰਦਰ ਪੱਗ ਦਾ ਜਿਹੜਾ ਇਤਿਹਾਸਕਾਰ ਲਿਖਦੇ ਨਾ, ਉਹ ਕਹਿੰਦਾ ਪੱਗ ਦਾ ਹੱਕ ਮੇਰਾ ਹੈ, ਤਾਂ ਗੁਰੂ ਸਾਹਿਬ ਨੇ ਪੱਗ ਉਹਨਾਂ ਨੂੰ ਦਿੱਤੀ ਵੀ ਵੱਡਾ ਭਰਾ ਹੈ, ਲੇਕਿਨ ਗੁਰਿਆਈ ਗੱਦੀ ਤਾਂ ਗੁਰੂ ਅਰਜਨ ਦੇਵ ਕੋਲੇ, ਪਰ ਉਹ ਗੁਰਿਆਈ ਗੱਦੀ ਤੇ ਵੀ ਆਪਣਾ ਹੱਕ ਸਮਝਦਾ ਹੈ। ਫਿਰ ਇੱਥੇ ਹੀ ਬਸ ਨਹੀਂ, ਦੇਖੋ ਸੁਲਹੀ ਖਾਨ ਨੂੰ ਚੜਾ ਕੇ ਲਿਆ ਰਿਹਾ ਹੈ, ਜਹਾਂਗੀਰ ਦੇ ਕੋਲ ਸ਼ਿਕਾਇਤਾਂ ਕਰ ਰਿਹਾ ਹੈ ਬਾਬਾ ਪ੍ਰਿਥੀਆ, ਔਰ ਤਤੀ ਤਵੀ ਤੱਕ ਪਹੁੰਚਾਉਣ ਵਿੱਚ ਜਿੱਥੇ ਦੂਜੇ ਲੋਕਾਂ ਦਾ ਗੰਗੂਰ ਚੰਦੂਰਾਂ ਦਾ ਹੱਥ ਹੈ, ਉੱਥੇ ਬਾਬੇ ਪ੍ਰਿਥੀ ਦਾ ਵੀ ਨਾਲ ਹੱਥ, ਗੁਰੂ ਦਾ ਪੁੱਤਰ, ਗੁਰੂ ਦਾ ਭਰਾ। ਲੇਕਿਨ ਇਹ ਨਹੀਂ ਨਾ ਸਮਝ ਪਾਇਆ। ਤਾਂ ਗੁਰੂ ਤਾਂ ਦੇ ਰਿਹਾ, ਪਰ ਜੇ ਸਿੱਖ ਲੈਣਾ ਹੀ ਨਾ ਚਾਹੇ, ਹੁਣ ਬਾਬਾ ਸ੍ਰੀ ਚੰਦ ਜੀ ਨੇ, ਜੇ ਉਹ ਲੈਣਾ ਹੀ ਨਾ ਚਾਹਣ, ਗੁਰੂ ਦੇ ਪੁੱਤਰ ਨੇ ਨਾ, ਨਹੀਂ ਅਪਣਾਇਆ ਸਿੱਖ ਨੂੰ, ਕਹਿੰਦੇ ਮੈਂ ਤੇ ਸਿਰ ਸੁਆਹ ਪਾ ਕੇ ਰੱਖਣਾ, ਨਹੀਂ ਅਪਣਾਇਆ ਤਾਂ ਨਹੀਂ ਅਪਣਾਇਆ। ਗੱਲ ਤਾਂ ਡਿਪੈਂਡ ਕਰੇਗੀ ਨਾ ਵੀ ਜੋ ਗੁਰੂ ਸਾਨੂੰ ਸਿੱਖਿਆ ਦੇ ਰਿਹਾ ਹੈ, ਉਹਨੂੰ ਅਸੀਂ ਮੰਨਣਾ ਵੀ ਚਾਹੁੰਦੇ ਹਾਂ ਕਿ ਨਹੀਂ। ਤੇ ਜੇ ਮੰਨਣਾ ਹੀ ਨਾ ਚਾਹੀਏ ਤਾਂ ਫਿਰ ਕੀ ਹੋਏਗਾ? ਕੁਝ ਵੀ ਨਹੀਂ। ਖੁਸ਼ੀ ਵਾਸਤੇ ਜੋ ਰਿਕੁਆਇਰਮੈਂਟ ਹੈ ਉਹ ਤਾਂ ਪੂਰੀ ਕਰਨੀ ਪਵੇਗੀ। ਜੇ ਕੋਈ ਡਾਕਟਰ ਲੱਗਣਾ ਚਾਹੇ ਕਿ ਮੈਂ ਹਸਪੀਟਲ ਵਿੱਚ ਨੌਕਰੀ ਚਾਹਨਾ ਡਾਕਟਰ ਦੀ, ਤਾਂ ਉਹਨੂੰ ਭਾਈ ਪੜ੍ਹਨਾ ਤੇ ਪੈਣਾ ਨਾ, ਰਿਕੁਆਇਰਮੈਂਟ ਤੇ ਪੂਰੀ ਕਰੇਗਾ ਨਾ, ਕੋਰਸ ਕਰੇਗਾ ਡਾਕਟਰੀ ਦਾ, ਤੇ MBBS ਕਰੇਗਾ, MD MS ਕਰੇਗਾ, ਤਾਂ ਹੀ ਹੈ ਨਾ। ਤੇ ਜੇ ਪੱਠੇ ਵੱਢਣ ਵਾਲਾ ਮੇਰੇ ਵਰਗਾ ਕਵੇ ਕਿ ਮੈਂ ਤੇ ਵੀ ਆਪਰੇਸ਼ਨ ਕਰਨੇ ਨੇ ਮਰੀਜ਼ਾਂ ਦੇ, ਤਾਂ ਦਾਤਰੀਆਂ ਨਾਲ ਢਿੱਡ ਥੋੜਾ ਲੋਕਾਂ ਦੇ ਪੜਵਾਣੇ। ਦਾਤਰੀ ਲੈ ਕੇ ਚਲਾ ਜਾ ਕੇ ਆਪਰੇਸ਼ਨ ਮੈਂ ਕਰਾਂਗਾ ਜੀ, ਐਵੇਂ ਨਹੀਂ ਨਾ ਹੁੰਦਾ। ਹੁਣ ਜਿਵੇਂ ਸਾਡੇ ਬੰਦੇ ਕਈ ਵਾਰੀ ਹਵਾਈ ਜਹਾਜ਼ਾਂ 'ਚ ਵੇਖਿਆ ਨਾ ਤੁਸੀਂ, ਸ਼ਰਾਬ ਪੀ ਲੈਂਦੇ ਨੇ ਤੇ ਸ਼ਰਾਬ ਪੀ ਕੇ ਕਹਿਣਗੇ ਵੀ ਹੁਣ ਹਵਾਈ ਜਹਾਜ਼ ਤੇਰਾ ਵੀਰ ਚਲਾਏਗਾ। ਕਰਦੇ ਨੇ ਨਾ ਲੋਕ, ਐਵੇਂ ਤੇ ਨਹੀਂ ਨਾ ਹੁੰਦਾ। ਤਾਂ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਜੋ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਤੇਰੇ ਸਿਸਟਮ ਨੂੰ ਫੋਲੋ ਕਰਦਾ ਹੈ, ਉਹਨੂੰ ਤੂੰ ਦਾਤ ਦਿੰਨਾ ਹੈ, ਉਸ ਦਾਤ ਨੂੰ ਪਾ ਲੈਂਦਾ ਹੈ। ਅਗਲਾ ਬਚਨ ਕਰਦੇ ਨੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ, ਉਹ ਬੰਦਾ ਹੀ ਪਾਏਗਾ ਜਿਸ ਨੂੰ ਤੂੰ ਦੇਵੇਂਗਾ। ਹੋਰ ਕਿਆ ਕਰੇ ਵਿਚਾਰਿਆ, ਹੋਰ ਵਿਚਾਰੇ ਕੀ ਕਰ ਸਕਦੇ ਨੇ? ਨਹੀਂ ਕਰ ਸਕਦੇ ਕੁਝ ਵੀ। ਯਾਨੀ ਰੱਬੀ ਰਜ਼ਾ ਦੇ ਅੰਦਰ ਚੱਲ ਕੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਖੁਸ਼ੀ ਮਾਣੀ ਜਾ ਸਕਦੀ ਹੈ, ਆਨੰਦ ਮਾਣਿਆ ਜਾ ਸਕਦਾ ਹੈ। ਹੋਰ ਕਿਆ ਕਰੇ ਵਿਚਾਰਿਆ, ਹੋਰ ਬਾਕੀ ਜਿਹੜੇ ਲੋਕ ਨੇ ਉਹ ਕੀ ਕਰ ਸਕਦੇ ਨੇ? ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਕਾਮ ਅੱਗੇ, ਕ੍ਰੋਧ ਅੱਗੇ, ਲੋਭ ਮੋਹ ਹੰਕਾਰ, ਈਰਸ਼ਾ ਦਵੇਸ਼, ਚੁਗਲੀ ਨਿੰਦਾ, ਵੈਰ ਵਿਰੋਧ, ਇਹਨਾਂ ਅੱਗੇ ਬੰਦੇ ਦੀ ਪੇਸ਼ ਜਾਂਦੀ ਹੈ।
ਲੋਕ ਇਹਨਾਂ ਦੇ ਟੇਟੇ ਚੜ ਕੇ ਜੋ ਮਰਜ਼ੀ ਕਰੀ ਜਾ ਰਹੇ ਨੇ, ਜੋ ਮਰਜ਼ੀ ਬੋਲੀ ਜਾ ਰਹੇ ਨੇ। ਹੋਰ ਕਿਸੇ ਕੰਮ ਦੇ ਨਾਲ ਖੁਸ਼ੀ ਨਹੀਂ ਮਿਲ ਸਕਦੀ। ਜੇ ਕੋਈ ਕਹੇ ਕਿ ਮੈਂ ਸ਼ਰਾਬਾਂ ਵੀ ਪੀਵੀ ਜਾਵਾਂ ਤੇ ਉਸ ਤੋਂ ਬਾਅਦ ਜਾ ਕੇ ਮੈਂ ਤੀਰਥ ਤੇ ਨਹਾ ਆਵਾਂ ਤੇ ਮੇਰੀਆਂ ਕਿਡਨੀਆਂ ਬਚੀਆਂ ਰਹਿਣ, ਐਵੇਂ ਥੋੜਾ ਹੋਏਗਾ। ਜੇ ਕੋਈ ਕਹੇ ਕਿ ਸ਼ਰਾਬ ਦੀ ਬੋਤਲ ਵੀ ਮੈਂ ਡਕਾਰ ਜਾਵਾਂ ਤੇ ਫਿਰ ਮੈਂ ਡਿੱਗਾ ਵੀ ਨਾ ਤੇ ਮੇਰਾ ਮੂੰਹ ਕੁੱਤੇ ਵੀ ਨਾ ਚੱਟਣ, ਤੇ ਐਸਾ ਥੋੜਾ ਹੁੰਦਾ। ਸ਼ਰਾਬ ਭਾਵੇਂ ਤੁਸੀਂ ਗੰਗਾ ਦੇ ਪਾਣੀ ਚੋਂ ਲਿਆ ਕੇ ਕੱਢ ਲਓ ਸ਼ਰਾਬ ਨੇ, ਤੇ ਸ਼ਰਾਬ ਹੀ ਬਣ ਜਾਂਦਾ। ਤੇ ਜੇ ਕੋਈ ਕਹੇ ਕਿ ਮੈਂ ਧਾਰਮਿਕ ਪਹਿਨਾਵਾ ਪਹਿਨ ਲਵਾਂ ਤੇ ਧਾਰਮਿਕ ਪਹਿਨਾਵੇ ਪਹਿਨ ਕੇ ਕੰਮ ਮੈਂ ਭੈੜੇ ਕਰਾਂ ਤੇ ਧਾਰਮਿਕ ਪਹਿਨਾਵੇ ਦੇ ਨਾਲ ਮੈਨੂੰ ਖੁਸ਼ੀਆਂ ਮਿਲ ਜਾਣ, ਐਸਾ ਤੇ ਕਦੇ ਨਹੀਂ ਹੋਣਾ। ਹੁਣ ਜੇ ਕੋਈ ਜ਼ਹਿਰ ਦੀ ਬੋਤਲ ਲਿਆ ਕੇ ਤੇ ਉਹਦੇ ਉੱਤੇ ਲੈਬਲ ਜਿਹੜਾ ਹੈ ਉਹ ਅੰਮ੍ਰਿਤ ਦਾ ਲਗਾ ਦੇਵੇ, ਤਾਂ ਲੈਬਲ ਲਾਉਣ ਦੇ ਨਾਲ ਜ਼ਹਿਰ ਨੇ ਅੰਮ੍ਰਿਤ ਥੋੜਾ ਬਣ ਜਾਣਾ। ਸ਼ਰਾਬ ਦੀ ਬੋਤਲ ਤੇ ਕੋਈ ਲੈਬਲ ਲਗਾ ਦੇਵੇ ਅੰਮ੍ਰਿਤ ਦਾ, ਤੇ ਉਹਨੇ ਅੰਮ੍ਰਿਤ ਥੋੜਾ ਬਣ ਜਾਣਾ, ਤੇ ਸ਼ਰਾਬ ਹੀ ਰਹਿਣਾ ਨਾ। ਬੋਤਲ ਬਦਲਣ ਨਾਲ, ਲੈਬਲ ਬਦਲਣ ਨਾਲ ਥੋੜਾ ਕੁਛ ਹੋਣ ਲੱਗਾ। ਹੁਣ ਬੰਦਾ ਜਿਹੜਾ ਹੈ, ਬੰਦੇ ਦੇ ਪੈਰ ਵਿੱਚ ਚੁਭਿਆ ਹੋਵੇ ਕੰਡਾ, ਤੇ ਬੰਦਾ ਉਸ ਕੰਡੇ ਨੂੰ ਨਾ ਕੱਢੇ ਤੇ ਇਹ ਸੋਚੇ ਕਿ ਮੈਂ ਜੁੱਤੀ ਮਖਮਲ ਦੀ ਪਾ ਲੈਣਾ ਵਾ, ਤੇ ਜੁੱਤੀ ਮਖਮਲ ਦੀ ਪਾ ਲੈਣ ਨਾਲ ਕੰਡਾ ਥੋੜੀ ਵਿੱਚੋਂ ਨਿਕਲ ਗਿਆ, ਤੁਰੇਗਾ ਤੇ ਕੰਡਾ ਤੇ ਫਿਰ ਚੁਭੇਗਾ, ਤੇ ਫਿਰ ਬੰਦਾ ਇਤਰਾਜ਼ ਕਰੇ ਕਿ ਯਾਰ ਮੈਂ ਤੇ ਮਖਮਲ ਦੀ ਜੁੱਤੀ ਵੀ ਬਣਵਾਈ, ਇੰਨੇ ਪੈਸੇ ਵੀ ਲਾਏ ਤੇ ਪੀੜ ਮੈਨੂੰ ਫਿਰ ਹੋ ਗਈ। ਮਖਮਲ ਦੀ ਜੁੱਤੀ ਦੀ ਲੋੜ ਨਹੀਂ, ਕੰਡਾ ਕੱਢਣ ਦੀ ਲੋੜ ਹੈ। ਕੰਡਾ ਕੱਢਣ ਦੀ ਲੋੜ ਹੈ। ਇਸ ਲਈ ਜ਼ਰੂਰਤ ਹੈ, ਜਿਨ੍ਹਾਂ ਕਰਕੇ ਸਾਡੀਆਂ ਖੁਸ਼ੀਆਂ ਭੰਗ ਹੋ ਰਹੀਆਂ ਨੇ, ਉਹ ਚੀਜ਼ਾਂ ਦੂਰ ਕਰਨ ਦੀ ਲੋੜ ਹੈ। ਦੁਨੀਆ ਨੇ ਧਾਰਮਿਕ ਪਹਿਨਾਵੇ ਪਹਿਨ ਲਏ ਨੇ, ਲੇਕਿਨ ਸੋਚ ਨਹੀਂ ਬਦਲੀ, ਤੇ ਜੇ ਸੋਚ ਨਹੀਂ ਬਦਲੀ ਤੇ ਖੁਸ਼ੀ ਕਿੱਥੇ? ਦੇਖ ਲਓ ਗੁਰਦੁਆਰੇ ਸਾਹਿਬਾਨ ਦੇ ਅੰਦਰ, ਜੇ ਅਸੀਂ ਸਿਰਫ ਗੁਰਦੁਆਰੇ ਸਾਹਿਬਾਨ ਦੀ ਗੱਲ ਕਰੀਏ ਤਾਂ ਬਹੁਤੇ ਜਿਹੜੇ ਝਗੜੇ ਨੇ ਗੁਰਦੁਆਰੇ ਸਾਹਿਬਾਨ ਦੇ ਅੰਦਰ ਸ਼ਰਾਬੀਆਂ ਕਰਕੇ ਨਹੀਂ ਹੁੰਦੇ, ਮੋਨਿਆਂ ਕਰਕੇ ਨਹੀਂ ਹੁੰਦੇ, ਅੰਮ੍ਰਿਤਧਾਰੀਆਂ ਦੇ। ਬਹੁਤੇ ਥਾਵਾਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਧਿਆਨ ਰੱਖਣਾ ਹੈ, ਬਹੁਤੇ ਥਾਵਾਂ ਤੇ ਝਗੜੇ ਅੰਮ੍ਰਿਤਧਾਰੀਆਂ ਦੇ ਨੇ। ਹੁਣ ਅੰਮ੍ਰਿਤ ਤੇ ਛਕਿਆ ਹੋਇਆ ਹੈ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਪਰ ਕਸੁੰਨੀ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ। ਤਾਂ ਧਾਰਮਿਕ ਪਹਿਨਾਵਾ ਪਹਿਨਣ ਦੇ ਨਾਲ ਖੁਸ਼ੀ ਥੋੜੀ ਆਉਣੀ ਹੈ। ਖੁਸ਼ੀ ਤੇ ਆਉਣੀ ਹੈ ਗੁਰੂ ਦੀ ਗੱਲ ਨੂੰ ਅਪਣਾਉਣ ਦੇ ਨਾਲ, ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ। ਚਾਹੇ ਉਹ ਮੈਂ ਹਾਂ ਜਾਂ ਤੁਸੀਂ ਹੋ ਜਾਂ ਦੁਨੀਆ ਦਾ ਹੋਰ ਕੋਈ ਬੰਦਾ ਹੈ, ਉਹ ਖੁਸ਼ੀ ਪਾਏਗਾ ਰੱਬੀ ਰਜ਼ਾ ਵਿੱਚ ਤੁਰ ਕੇ। ਹੋਰ ਕਿਆ ਕਰੇ ਵਿਚਾਰਿਆ, ਹੋਰ ਵਿਚਾਰੇ ਕੀ ਕਰ ਸਕਦੇ ਨੇ? ਹੋਰ ਕੋਈ ਕਰਮ ਖੁਸ਼ੀ ਵਾਸਤੇ ਹੈ ਹੀ ਨਹੀਂ। ਜੇ ਤਾਂ ਨਰਾਤੇ ਰੱਖ ਕੇ ਖੁਸ਼ੀ ਆਉਂਦੀ ਹੁੰਦੀ ਤਾਂ ਫਿਰ ਤਾਂ ਇੰਡੀਆ ਦੀਆਂ ਸਾਰੀਆਂ ਬੀਬੀਆਂ ਘੱਟ ਤੋਂ ਘੱਟ ਖੁਸ਼ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਕਰੀਬ ਸਾਰੀਆਂ ਭੈਣਾਂ ਨਰਾਤੇ ਰੱਖਦੀਆਂ। ਜੇ ਕਰਵਾ ਚੌਥ ਦਾ ਵਰਤ ਰੱਖਣ ਦੇ ਨਾਲ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਤੇ ਕਿਸੇ ਪਤੀ ਦੀ ਮੌਤ ਨਾ ਹੁੰਦੀ, ਤਾਂ ਇੰਡੀਆ ਦੇ ਅੰਦਰ ਤਾਂ ਘੱਟ ਤੋਂ ਘੱਟ ਕੋਈ ਔਰਤ ਵਿਧਵਾ ਨਹੀਂ ਸੀ ਹੋਣੀ ਚਾਹੀਦੀ। ਉੱਥੇ ਤਾਂ 90-95% ਜਾਂ 85% ਔਰਤਾਂ ਜਿਹੜੀਆਂ ਨੇ ਰੱਖਦੀਆਂ ਨੇ ਕਰਵਾ ਚੌਥ ਦਾ ਵਰਤ। ਮੈਨੂੰ ਯਾਦ ਆ ਸਾਡੇ ਗੁਆਂਢ ਪਿੱਛੇ ਦੇ 2 ਸਾਲ ਦੀ ਗੱਲ ਹੈ ਕਿ ਕਰਵਾ ਚੌਥ ਦਾ ਵਰਤ ਰੱਖਿਆ ਸੀ ਕਿਸੇ ਬੀਬੀ। ਪਤੀ ਉਹਦਾ ਵਿਚਾਰਾ ਲੇਟ ਹੋ ਗਿਆ, ਫੈਕਟਰੀ ਵਿੱਚ ਕੰਮ ਸੀ ਤੇ ਕੰਮ ਕਰਦਿਆਂ ਥੋੜਾ ਲੇਟ ਹੋ ਗਿਆ। ਹੁਣ ਉਹ ਵੀ ਸਵੇਰ ਦੀ ਭੁੱਖੀ ਸੀ, ਉਹਨੇ ਵੀ ਅਚਾਨਕ ਵੇਖਣਾ ਸੀ ਛਾਨਣੀ ਦੇ ਵਿੱਚੋਂ, ਮੂੰਹ ਵੇਖਦੇ ਨੇ ਪਤੀ ਦਾ ਜਾਂ ਕੀ ਕਰਦੇ ਨੇ, ਮੈਨੂੰ ਇਸ ਬਾਰੇ ਪਤਾ ਨਹੀਂ, ਪਰ ਪਤੀ ਲੇਟ ਸੀ। ਦੂਜੀ ਮੰਜ਼ਲ ਤੇ ਖਲੋਤੀ ਸੀ। ਪਤੀ ਜਦੋਂ ਆਇਆ ਨਾ, ਤੇ ਜੋ ਕੁਛ ਉਸ ਬੀਬੀ ਨੇ ਬੋਲੇ ਨੇ ਮੈਂ ਖੁਦ ਸੁਣੇ ਨੇ, ਪਰ ਮੈਂ ਕਹਿ ਨਹੀਂ ਸਕਦਾ। ਮਰ ਜਾਏ, ਟੁੱਟ ਪੈਣਿਆ, ਸ਼ਰਮ ਨਹੀਂ, ਮੈਂ ਰੋਟੀ ਖਾਣੀ ਸੀ, ਮੈਂ ਤੇਰਾ ਮੂੰਹ ਵੇਖਣ ਵਾਸਤੇ ਇੱਥੇ ਖਲੋਤੀ ਆ। ਮੈਂ ਕਿਹਾ ਬੀਬੀ ਇਹਦੇ ਨਾਲ ਮੂੰਹ ਨਾ ਹੀ ਵਹਿੰਦੀ ਤੇ ਠੀਕ ਸੀ। ਤਾਂ ਖੁਸ਼ੀ ਇਹ ਥੋੜਾ ਦੇਵੇਗਾ ਵੀ ਛਾਨਣੀ ਚ ਮੂੰਹ ਵੇਖ ਲੋਗੇ। ਖੁਸ਼ੀ ਤਾਂ ਜ਼ਿੰਦਗੀ ਨੂੰ ਬਦਲਣ ਨਾਲ ਹੈ ਨਾ, ਸੋਚ ਨੂੰ ਬਦਲਣ ਦੇ ਨਾਲ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਹੇ ਮਾਲਕ, ਹੇ ਗੁਰਦੇਵ, ਜਿਹਨੂੰ ਤੂੰ ਗਿਆਨ ਦੀ ਦਾਤ ਦੇਵੇਂਗਾ, ਜੋ ਤੇਰੇ ਗਿਆਨ ਨੂੰ ਵਰਤੋਂ ਵਿੱਚ ਲਿਆਉਣਗੇ, ਉਹਨਾਂ ਨੂੰ ਖੁਸ਼ੀ ਮਿਲੇਗੀ। ਦੂਜੇ ਵਿਚਾਰੇ ਕੀ ਕਰ ਸਕਦੇ ਨੇ? ਕੁਛ ਵੀ ਨਹੀਂ। ਤੀਰਥਾਂ ਤੇ ਨਾਲ ਖੁਸ਼ੀ ਥੋੜ੍ਹਾ ਮਿਲੇਗੀ। ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੂੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਧ। ਹੈ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ।
देश छोड़ परदेसें ताया, पन चंडाल नाले ले आया। कि लोग देश छड्ड के विदेश ਵਿੱਚ ਚਲੇ ਜਾਂਦੇ ਨੇ, ਜੰਗਲਾਂ ਵਿੱਚ ਚਲੇ ਗਏ ਸਾਧ ਬਾਬੇ, ਲੇਕਿਨ ਨਾਲ ਹੀ ਪੰਜ ਚੰਡਾਲ ਦਾ ਮਤਲਬ ਜੋ ਸੋਚ ਸੀ ਵਿਕਾਰਾਂ ਵਾਲੀ ਉਹ ਨਾਲ ਲੈ ਆਏ। ਤੇ ਦੁਖੀ ਤੇ ਸੋਚ ਕਰਕੇ ਸਨ, ਜੰਗਲ ਵਿੱਚ ਵੀ ਉਹੀ ਸੋਚ ਹੈ। ਹੁਣ ਪਹਿਲਾਂ ਘਰਦਿਆਂ ਨਾਲ ਗੁਆਂਢੀਆਂ ਨਾਲ ਲੜਦੇ, ਹੁਣ ਬਾਬਿਆਂ ਦੇ ਡੇਰਿਆਂ ਤੇ ਟਾਂਗਾਂ ਖੜਕਦੀਆਂ ਨੇ, ਸੋਚ ਤੇ ਉਹੀ ਹੈ ਨਾ। ਹੁਣ ਦੇਖੋ ਅਸੀਂ ਸਾਰੇ ਵੀਰ ਭੈਣਾਂ ਜਦੋਂ ਕਿਤੇ ਇੰਡੀਆ ਆਪਣੇ ਵੀਰ ਭੈਣਾਂ ਨੂੰ ਫੋਨ ਕਰੀਏ ਤੇ ਸਾਨੂੰ ਕਹਿੰਦੇ ਨੇ ਨਾ ਸਾਡੇ ਭੈਣ ਭਰਾ ਵੀ ਤੁਸੀਂ ਸਵਰਗ ਵਿੱਚ ਬੈਠੇ। ਹੱਸਣ ਲੱਗ ਗਏ ਨਾ ਸਾਰੇ। ਹੁਣ ਤੁਸੀਂ ਹੁਣ ਜਿਹੜੇ ਸਵਰਗ 'ਚ ਅਸੀਂ ਬੈਠੇ ਹਾਂ ਸਾਨੂੰ ਤੇ ਕੋਈ ਭੁਲੇਖਾ ਨਹੀਂ ਨਾ। ਕੀ ਅਸੀਂ ਵਿਦੇਸ਼ ਵਿੱਚ ਆ ਕੇ ਸਾਰੇ ਖੁਸ਼ ਹੋ ਗਏ? ਆਏ ਤੇ ਅਸੀਂ ਇਹ ਉਮੀਦ ਲੈ ਕੇ ਸੀ ਨਾ ਕਿ ਵਿਦੇਸ਼ਾਂ ਵਿੱਚ ਖੁਸ਼ੀ ਮਿਲੇਗੀ, ਔਰ ਹਕੀਕਤ ਹੈ ਕਿ ਜਿਹੜੀਆਂ ਚੀਜ਼ਾਂ ਉੱਥੇ ਨਹੀਂ ਸਨ ਉਹ ਸਾਨੂੰ ਇੱਥੇ ਮਿਲੀਆਂ ਨੇ। ਸਾਈਕਲ ਨਹੀਂ ਸਨ ਇੱਥੇ, ਹਰ ਬੰਦੇ ਕੋਲ ਕਾਰ ਹੈ। ਬੀਬੀਆਂ ਨੂੰ ਉੱਥੇ ਬਾਹਰ ਨਹੀਂ ਸਨ ਨਿਕਲਣ ਦਿੰਦੇ, ਲੇਕਿਨ ਇੱਥੇ ਬੀਬੀਆਂ ਫਸਟ ਕਲਾਸ ਵਧੀਆ ਡਰਾਈਵਿੰਗ ਕਰਦੀਆਂ ਨੇ, ਆਪਣੀ ਮਰਜ਼ੀ ਨਾਲ ਘੁੰਮਦੀਆਂ, ਕੰਮ ਕਰਦੀਆਂ ਨੇ। ਲੇਕਿਨ ਕੀ ਉਹ ਖੁਸ਼ੀ ਮਿਲੀ? ਉਹ ਖੁਸ਼ੀ ਉੱਥੇ ਵੀ ਨਹੀਂ ਮਿਲੀ, ਇੱਥੇ ਵੀ ਨਹੀਂ ਮਿਲੀ। ਤੇ ਜਿਹੜੇ ਉੱਥੇ ਖੁਸ਼ ਨੇ ਉੱਥੇ ਵੀ ਖੁਸ਼ ਨੇ, ਇੱਥੇ ਖੁਸ਼ ਨੇ ਇੱਥੇ ਵੀ ਖੁਸ਼ ਨੇ, ਕਿਉਂਕਿ ਉਹਨਾਂ ਨੇ ਆਪਣੀ ਸੋਚ ਨੂੰ ਬਦਲਿਆ ਹੈ। ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ। ਬੰਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨਾ ਪਾਈਏ ਮਹਾਂ ਦੁਖ ਪਿਆਰੀ। ਦੇਖੋ ਇੰਡੀਆ ਦੇ ਵਿੱਚ ਨਾਂਗੇ ਸਾਧੂ ਨੇ ਲੱਖਾਂ ਦੀ ਗਿਣਤੀ ਵਿੱਚ, ਤੇ ਉਹਨਾਂ ਨੇ ਕੱਪੜੇ ਵੀ ਉਤਾਰ ਦਿੱਤੇ ਨੇ ਕਿ ਸਾਡੀ ਕੋਈ ਇੱਛਾ ਨਹੀਂ ਹੈ, ਜੋ ਮਿਲ ਗਿਆ ਖਾ ਲਿਆ, ਕੱਪੜਿਆਂ ਦੀ ਵੀ ਲੋੜ ਨਹੀਂ। ਲੇਕਿਨ ਨਾਂਗੇ ਸਾਧੂਆਂ ਦੀ ਆਪਸ ਦੇ ਵਿੱਚ ਡਾਂਗ ਖੜਕ, ਯਾਨੀ ਇਹਦਾ ਮਤਲਬ ਸੋਚ ਨਹੀਂ ਨਾ ਬਦਲੀ। ਬਸਤਰ ਉਤਾਰਨ ਨਾਲ ਕੀ ਹੋਏਗਾ? ਧਾਰਮਿਕ ਬਸਤਰ ਪਾਉਣ ਨਾਲ ਕੀ ਹੋਏਗਾ? ਇਸ ਲਈ ਗੁਰੂਦੇਵ ਪਾਤਸ਼ਾਹ ਕਹਿੰਦੇ ਨੇ ਹੋਰ ਕੋਈ ਕਰਮ ਖੁਸ਼ੀ ਸਾਨੂੰ ਨਹੀਂ ਦੇ ਸਕਦਾ। ਹੁਕਮ ਰਜ਼ਾਈ ਚੱਲਣਾ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਪਾਪਾਂ ਨੂੰ ਛੱਡਣਾ, ਆਪਣੀ ਸੋਚ ਦੇ ਅੰਦਰ ਵਿਸ਼ਾਲਤਾ ਲਿਆਉਣੀ, ਸੋਚ ਦੇ ਅੰਦਰ ਵਿਸ਼ਾਲਤਾ ਲਿਆਉਣੀ, ਇਹ ਸਾਡੇ ਜੀਵਨ ਨੂੰ ਬਦਲ ਸਕਦਾ ਹੈ। ਔਰ ਇਸ ਜੀਵਨ ਰਾਹੀਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਜੋ ਨੇ ਆ ਸਕਦੀਆਂ ਨੇ, ਨਹੀਂ ਤਾਂ ਨਹੀਂ ਆਉਣਗੀਆਂ। ਅਗਲਾ ਬਚਨ ਗੁਰੂਦੇਵ ਪਾਤਸ਼ਾਹ ਜੀ ਕਰਦੇ ਨੇ, ਇੱਕ ਭਰਮ ਭੂਲੇ ਫਿਰਹਿ ਦਹਿਦਿਸ, ਇੱਕ ਨਾਮ ਲਾਗ ਸਵਾਰਿਆ। ਇਥੇ ਇੱਕ ਦੇ ਕੱਕੇ ਨਾਲ ਸਿਹਾਰੀ ਹੈ, ਇਹਦਾ ਮਤਲਬ ਹੈ ਕਈ, ਇਹ ਬਹੁਵਚਨੀ ਸ਼ਬਦ ਹੈ। ਜਦੋਂ ਵੀ ਇੱਕ ਦੇ ਕੱਕੇ ਨਾਲ ਸਿਹਾਰੀ ਹੋਵੇ ਤਾਂ ਇਹ ਬਹੁਵਚਨੀ ਸ਼ਬਦ ਹੋਏਗਾ, ਪਲੂਰਲ ਸ਼ਬਦ ਹੋਏਗਾ। ਜਦੋਂ ਇੱਕ ਦੇ ਕੱਕੇ ਥੱਲੇ ਔਂਕੜ ਹੋਵੇ ਤਾਂ ਉਹ ਇੱਕ ਦੀ ਗੱਲ ਹੋਏਗੀ, ਲੇਕਿਨ ਮੇਲ ਜੈਂਡਰ ਦੀ ਹੋਏਗੀ। ਤੇ ਜਦੋਂ ਇੱਕ ਦਾ ਕੱਕਾ ਮੁਕਤਾ ਹੋਵੇ ਉਹ ਫੀਮੇਲ ਜੈਂਡਰ ਹੋਏਗਾ। ਜਿਵੇਂ ਗੁਰਾ ਇੱਕ ਦੇਹ ਬੁਝਾਈ, ਉੱਥੇ ਇੱਕ ਦਾ ਕੱਕਾ ਮੁਕਤਾ ਹੈ, ਉਹ ਫੀਮੇਲ ਜੈਂਡਰ ਹੈ। ਇੱਕ ਦੇਹ ਬੁਝਾਈ, ਬੁਝਾਈ ਦਾ ਮਤਲਬ ਸਿੱਖਿਆ, ਕਿ ਮੈਨੂੰ ਇੱਕ ਸਿੱਖਿਆ ਦੇ। ਇੱਥੇ ਇੱਕ ਕੱਕੇ ਨਾਲ ਸਿਹਾਰੀ ਦਾ ਮਤਲਬ ਕਈ, ਅਨੇਕਾਂ। ਇੱਕ ਭਰਮ ਭੂਲੇ, ਭਰਮ ਦੇ ਮੰਮੇ ਨਾਲ ਸਿਹਾਰੀ, ਭਰਮ ਵਿੱਚ ਕਈ ਲੋਕ ਭਰਮ ਵਿੱਚ ਭੁੱਲੇ ਹੋਏ ਨੇ, ਭਟਕਣਾ ਵਿੱਚ ਪਏ ਹੋਏ ਨੇ। ਫਿਰੈ ਦਹਿਦਿਸ, ਦਸਾਂ ਦਿਸ਼ਾਵਾਂ ਦੇ ਵਿੱਚ ਫਿਰਦੇ ਨੇ, ਭਟਕਦੇ ਫਿਰਦੇ ਨੇ, ਸੱਚ ਨਾਲੋਂ ਟੁੱਟੇ ਹੋਏ ਨੇ, ਭਰਮ ਵਿੱਚ ਪਏ। ਤੇ ਭਰਮ ਦੇ ਅੰਦਰ ਬੰਦੇ ਨੂੰ ਹੋਰ ਦਾ ਹੋਰ ਦਿਸਦਾ ਹੈ। ਰਾਤ ਨੂੰ ਰੱਸੀ ਪਈ ਹੋਵੇ ਨਾ, ਤੇ ਕਈ ਵਾਰੀ ਭੁਲੇਖਾ ਲੱਗ ਜਾਂਦਾ ਵੀ ਇਹ ਸੱਪ ਹੈ, ਬੰਦਾ ਉਹ ਟੱਪ ਕੇ ਜਾ ਪੈਂਦਾ ਪਰੇ, ਸਾਹ ਫੁੱਲ ਜਾਂਦਾ ਹੈ, ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ, ਡਰ ਜਾਂਦਾ ਹੈ ਬੰਦਾ। ਲੇਕਿਨ ਜਦੋਂ ਚਾਨਣ ਕਰਦਾ ਹੈ ਤੇ ਵੇਖਦਾ ਰੱਸੀ ਹੈ, ਤੇ ਫਿਰ ਨਾਰਮਲ ਹੋ ਜਾਂਦਾ ਹੈ, ਨਾਲ ਆਪਣੇ ਉਸ ਡਰ ਦੇ ਉੱਤੇ ਹੱਸਦਾ ਹੈ। ਭਰਮ ਦਾ ਮਤਲਬ ਹੋਰ ਦਾ ਹੋਰ ਦਿਸਣਾ, ਜਿਹੜੀ ਚੀਜ਼ ਨਹੀਂ ਹੈ ਉਹ ਚੀਜ਼ ਦਿਸਣੀ, ਔਰ ਭਰਮ ਦੁੱਖ ਦਾ ਕਾਰਨ ਹੈ। ਜਿਵੇਂ ਹਿਰਨ ਨੂੰ ਰੇਗਿਸਤਾਨ ਦੇ ਅੰਦਰ ਚਮਕਦਾ ਹੋਇਆ ਪਾਣੀ ਨਜ਼ਰੀ ਪੈਂਦਾ, ਜਦੋਂ ਰੇਤੇ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨਾ, ਰੇਤਾ ਗਰਮ ਹੋ ਜਾਂਦਾ ਹੈ, ਤੇ ਗਰਮ ਰੇਤ ਤੋਂ ਕਈ ਵਾਰ ਜਿਹੜੀਆਂ ਕਿਰਨਾਂ ਨੇ ਧਰਤੀ ਤੋਂ 1 ਇੰਚ ਉੱਤੇ ਹੀ ਵਾਪਸ ਪਰਤ ਜਾਂਦੀਆਂ, ਤੇ ਥੱਲੇ ਉਹ ਛਾਂ ਦਿਸਦੀ ਹੈ, ਤੇ ਇੰਜ ਲੱਗਦਾ ਹੈ ਜਿਵੇਂ ਪਾਣੀ ਦਾ ਭਰਿਆ ਹੋਇਆ ਸਰੋਵਰ ਹੈ। ਤੇ ਹਿਰਨ ਉਹਨੂੰ ਪਾਣੀ ਸਮਝ ਕੇ ਉਧਰ ਦੌੜਦਾ ਹੈ। ਜਿਵੇਂ ਜਿਵੇਂ ਦੌੜਦਾ ਤਿਵੇਂ ਤਿਵੇਂ ਉਹ ਸਰੋਵਰ ਦੂਰ ਹੋਈ ਜਾਂਦਾ, ਕਿਉਂਕਿ ਹੈ ਹੀ ਨਹੀਂ ਸਰੋਵਰ। ਤੇ ਆਖਿਰ
हिरन दौड़ दौड़ के थक जाता है, प्यास के नाल व्याकुल होकर डिग पैंदा, उसदी मौत हो जाती, पर पानी मिलता नहीं। हिरन नूं सुगंध आ रही है अपने अंदरों, कस्तूरी वाले हिरन नूं, कस्तूरी मिर्ग नूं अंदरों सुगंध आउंदी है। ਉਹਨੂੰ ਇੰਜ ਲੱਗਦਾ ਕਿ ਸੁਗੰਧ ਬਾਹਰੋਂ ਉਹ ਝਾੜੀਆਂ ਦੇ ਵਿੱਚ ਸੁੰਘਦਾ ਫਿਰਦਾ, ਕਿਸੇ ਸ਼ਿਕਾਰੀ ਦੇ ਢਹਿ ਚੜ ਜਾਂਦਾ, ਮੌਤ ਹੋ ਜਾਂਦੀ। ਸੁਗੰਧ ਅੰਦਰ ਸੀ, ਸਮਝ ਬਾਹਰ ਬੈਠਾ। ਖੁਸ਼ੀਆਂ ਨੇ ਗਿਆਨ ਵਿੱਚ, ਖੁਸ਼ੀਆਂ ਨੇ ਚੰਗੇ ਕੰਮਾਂ ਵਿੱਚ, ਚੰਗੇ ਸੋਚ ਵਿੱਚ, ਤੇ ਬੰਦਾ ਸਮਝ ਬੈਠਾ ਹੈ ਕਿ ਵਿਕਾਰਾਂ ਔਰ ਪਾਪਾਂ ਦੇ ਵਿੱਚ ਖੁਸ਼ੀਆਂ ਨੇ, ਬੰਦਾ ਭਰਮ ਦੇ ਵਿੱਚ ਭਟਕਦਾ ਫਿਰਦਾ। ਸੋਚਦਾ ਹੈ ਸ਼ਾਇਦ ਤੀਰਥਾਂ ਤੇ ਨਹਾਇਆ ਖੁਸ਼ੀਆਂ ਮਿਲ ਜਾਣ, ਵਰਤ ਰੱਖਿਆ ਮਿਲ ਜਾਣ, ਸਮਾਧੀਆਂ ਲਾਇਆ ਮਿਲ ਜਾਣ, ਮੌਨ ਧਾਰਨ ਕੀਤਿਆਂ ਮਿਲ ਜਾਣ, ਸ਼ਾਇਦ ਬਾਬਾ ਬਣਿਆ ਸੁਗੰਧ ਮਿਲ ਜਾਣ ਖੁਸ਼ੀਆਂ, ਸ਼ਾਇਦ ਬਾਬਿਆਂ ਦੇ ਡੇਰਿਆਂ ਤੇ ਮੱਥਾ ਟੇਕਿਆ ਮਿਲ ਜਾਣ, ਕਰਮ ਕਾਂਡ ਕੀਤਿਆਂ ਮਿਲ ਜਾਣ, ਪਰ ਨਹੀਂ ਨਾ ਮਿਲਦੀਆਂ। ਇੱਕ ਭਰਮ ਭੂਲੇ ਭਰਮ ਵਿੱਚ ਪਏ ਹੋਏ ਨੇ, ਤੇ ਧਰਮ ਦੇ ਨਾਮ ਤੇ ਕਿੰਨੇ ਭਰਮ ਨੇ। ਲੋਕਾਂ ਨੂੰ ਭਰਮ ਹੋ ਗਿਆ ਵੀ ਰੱਬ ਵੀ ਭੁੱਖਾ ਹੈ, ਰੱਬ ਨੂੰ ਭੁੱਖ ਲੱਗਦੀ ਹੈ, ਜੇ ਰੱਬ ਨੂੰ ਅਸੀਂ ਦਿਆਂਗੇ ਨਾ ਰੋਟੀ ਤੇ ਰੱਬ ਖੁਸ਼ ਹੋ ਜਾਏਗਾ। ਜਿਵੇਂ ਕਿਸੇ ਮੰਗਤੇ ਨੂੰ ਦਈਏ ਨਾ ਰੋਟੀ, ਤੇ ਮੰਗਤਾ ਅਸ਼ੀਸ਼ ਦੇ ਜਾਂਦਾ ਹੈ ਕਿ ਤੁਹਾਡੀਆਂ ਖੁਸ਼ੀਆਂ ਬਣੀਆਂ ਰਹਿਣ, ਤੁਸੀਂ ਅਮੀਰ ਰਹੋ, ਤੁਸੀਂ ਬੜੇ ਚੰਗੇ ਬੰਦੇ ਹੋ, ਜਾਂ ਕੁਛ ਵੀ। ਕਿੰਨੀਆਂ ਅਸ਼ੀਸ਼ਾਂ ਦੇ ਜਾਂਦਾ 1 ਰੁਪਈਏ। ਔਰ ਕਿਸੇ ਭੁੱਖੇ ਨੂੰ ਰੋਟੀ ਖਵਾਓ, ਤੁਸੀਂ ਕਹਿੰਦੇ ਨਾ ਪੁੰਨ ਦਾ ਕੰਮ ਹੈ। ਲੋਕ ਸਮਝਦੇ ਨੇ ਰੱਬ ਵੀ ਭੁੱਖਾ ਹੈ, ਤੇ ਰੱਬ ਨੂੰ ਰੋਟੀ ਖਵਾਵਾਂਗੇ ਤੇ ਰੱਬ ਖੁਸ਼ ਹੋ ਜਾਏਗਾ। ਲਵਾਉਂਦੇ ਨੇ ਨਾ ਭੋਗ ਸਵੇਰ ਤੋਂ ਲੈ ਕੇ ਸ਼ਾਮ ਤੱਕ, ਵੇਖ ਲਓ ਤੁਸੀਂ ਗੁਰਦੁਆਰੇ ਸਾਹਿਬਾਨ ਵਿੱਚ। ਅਗਿਆਨੀ ਜੀ ਪਕੌੜੇ ਬਣੇ ਨੇ, ਭੋਗ ਲਵਾ ਦਿਓ, ਯਾਨੀ ਰੱਬ ਨੂੰ ਪਕੌੜੇ ਖਵਾ ਦਿਓ। ਗਿਆਨੀ ਜੀ ਚਾਹ ਨੂੰ ਭੋਗ ਲਵਾ ਦਿਓ, ਰਸਗੁੱਲਿਆਂ ਨੂੰ ਭੋਗ ਲਵਾ ਦਿਓ, ਨਾਲ ਸਵੇਰੇ ਭੋਗ ਲਵਾ ਦਿਓ। ਚਮਚਾ ਵੀ ਰੱਖਿਆ ਹੁੰਦਾ ਨਾਲ, ਵੀ ਜਿਵੇਂ ਚਮਚੇ ਨਾਲ ਰੱਬ ਨੇ ਖਾਣਾ ਹੈ ਕੁਛ, ਪਿੱਛੇ ਅਸੀਂ ਭੋਗ ਲਵਾਂਗੇ ਤੇ ਰੱਬ ਖੁਸ਼ ਹੋਏਗਾ ਕਿਉਂਕਿ ਭੁੱਖਾ ਹੈ। ਤੇ ਪਰੌਂਠੇ ਖਵਾਵਾਂਗੇ ਰੱਬ ਨੂੰ, ਤੇ ਉਹਨੇ ਖੁਸ਼ ਹੋ ਜਾਣਾ ਮੂਲੀਆਂ ਵਾਲੇ ਖਾ ਕੇ। ਭਰਮ ਹੀ ਹੈ ਨਾ, ਰੱਬ ਨੂੰ ਪਰੌਂਠੇ ਖਵਾ ਕੇ ਖੁਸ਼ ਹੋਣਾ ਭਰਮ ਹੀ ਹੈ ਨਾ। ਐਵੇਂ ਥੋੜੀ ਖੁਸ਼ੀ ਮਿਲਣੀ, ਭਰਮ ਹੈ। ਲੇਕਿਨ ਲੋਕ ਪਏ ਨੇ ਭਰਮ ਵਿੱਚ, ਔਰ ਤੁਸੀਂ ਐਵੇਂ ਬੋਲੋ ਤੇ ਲੋਕ ਕਹਿੰਦੇ ਨੇ ਤੇ ਮਨਮਤ ਇਹ ਤਾਂ ਨਾਸਤਕ ਨੇ, ਜਾਂ ਜੋ ਮਰਜ਼ੀ ਕਹਿਣਗੇ ਨਾ। ਲੇਕਿਨ ਇੱਕ ਹਕੀਕਤ ਹੈ, ਜੇ ਐਵੇਂ ਕਿਸੇ ਨੂੰ ਖੁਸ਼ੀ ਮਿਲੀ ਹੈ ਤੇ ਦੱਸੋ। ਭਰਮ ਸੀ ਨਾ ਵੀ ਰੱਬ ਅੱਗੇ ਮੈਂ ਫੁੱਲਾਂ ਦਾ ਗਮਲਾ ਚੜਾਵਾਂ, ਤੇ ਭਗਤ ਨਾਮਦੇਵ ਨੇ ਤੇ ਭਰਮ ਦੂਰ ਕੀਤੇ ਨੇ। ਆਨੀ ਲੈ ਫੂਲ ਪਰੋਈ ਲੈ ਮਾਲਾ, ਠਾकुर की हूं पूज करूं, पहले बास लई है पवरे, बीठल पहला काय करूं। आनी ले दूध रिंधाई ले खीरंग, ठाकुर को नैवेद करूं, पहले दूध विचार बिटारियो बछरे, बीठल पहला काय करूं। खीरा खवाया रब थोड़ा मिलना है। बाणी विच इन्हां चीजां दा प्रतੱਖ खंडन है, लेकिन ਅਸੀਂ ਫਿਰ ਵੀ ਮੰਨਣ ਲਈ ਤਿਆਰ ਨਹੀਂ। ਸਾਨੂੰ ਇਹ ਹੈ ਵੀ ਖੀਰ ਨੂੰ ਭੋਗ ਲਵਾਇਆ ਖੁਸ਼ੀ ਮਿਲੇਗੀ, ਪਰ ਗੁਰੂ ਜੀ ਕਹਿੰਦੇ ਨੇ ਇੱਕ ਭਰਮ ਭੂਲੇ ਫਿਰਿਆਂ ਦੇ, ਭਰਮ ਦੇ ਅੰਦਰ ਭਟਕੇ ਹੋਏ ਲੋਕ ਤੁਰੇ ਫਿਰਦੇ। ਭਰਮ ਦੇ ਅੰਦਰ ਬੰਦਾ ਭਟਕ ਰਿਹਾ ਹੈ ਕਿ ਸ਼ਾਇਦ ਇਧਰੋਂ ਖੁਸ਼ੀ ਮਿਲ ਜਾਏ, ਇਧਰੋਂ ਮਿਲ ਜਾਏ, ਬਾਹਰੋਂ ਮਿਲ ਜਾਏ, ਕਾਮ ਕ੍ਰੋਧ ਵਿੱਚ ਮਿਲ ਜਾਏ, ਜਾਂ ਕੁਛ ਵੀ ਜੋ ਵੀ ਲੋਕ ਕਰ ਰਹੇ ਨੇ। ਇਹਨਾਂ ਕੰਮਾਂ ਵਿੱਚ ਭਾਈ ਬਿਲਕੁਲ ਖੁਸ਼ੀਆਂ ਨਹੀਂ ਹੈ। ਖੁਸ਼ੀਆਂ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹਨਾਂ ਕੰਮਾਂ ਦੇ ਵਿੱਚ ਖੁਸ਼ੀ ਹੈ। ਚੰਗੀ ਸੋਚ ਦੇ ਅੰਦਰ ਖੁਸ਼ੀ ਹੈ। ਇੱਕ ਨਾਮ ਲਾਗ ਸਵਾਰਿਆ। ਹੁਣ ਗੁਰੂ ਜੀ ਕਹਿੰਦੇ ਨੇ ਕਈ ਨੇ ਜਿਹੜੇ ਭਰਮ ਦੇ ਅੰਦਰ ਭਟਕਦੇ ਫਿਰਦੇ ਨੇ, ਤੇ ਕਈ ਜਿਹੜੇ ਨੇ ਨਾਮ ਲਾਗ, ਲਾਗ ਦਾ ਮਤਲਬ ਲੱਗ ਕੇ, ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ ਸਵਾਰਿਆ ਦਾ ਮਤਲਬ ਸਵਾਰ ਦਿੱਤੇ ਨੇ। ਕਈ ਐਸੇ ਨੇ ਜੋ ਨਾਮ ਵਿੱਚ ਲੱਗ ਕੇ ਸੰਵਰ ਗਏ ਨੇ। ਨਾਮ ਦਾ ਮਤਲਬ ਇੱਥੇ ਹੈ ਹੁਕਮ, ਕਿ ਰੱਬ ਦੇ ਹੁਕਮ ਦੇ ਅੰਦਰ ਲੱਗ ਕੇ ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਹੈ। ਹੁਕਮ ਰਜ਼ਾਈ ਚੱਲਣਾ, ਰੱਬੀ ਰਜ਼ਾ ਵਿੱਚ ਤੁਰ ਰਹੇ ਨੇ, ਗੁਰੂ ਦੇ ਹੁਕਮ ਵਿੱਚ ਤੁਰ ਰਹੇ ਨੇ। ਅੱਖਾਂ ਵਾਸਤੇ ਕੀ ਹੁਕਮ ਹੈ ਗੁਰੂ ਜੀ ਦਾ, ਕੰਨਾਂ ਵਾਸਤੇ ਕੀ ਹੁਕਮ ਹੈ, ਜ਼ਬਾਨ ਲਈ ਕੀ ਹੁਕਮ ਹੈ, ਸਿਸਟਮ ਦੇ ਅੰਦਰ ਬੋਲ ਰਹੇ ਨੇ, ਗਿਆਨ ਦੀ ਸਹੀ ਵਰਤੋਂ ਕਰ ਰਹੇ ਨੇ, ਹੁਕਮ ਦੇ ਅੰਦਰ ਚੱਲ ਰਹੇ ਨੇ, ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਹੈ। ਤਾਂ ਦੇਖੋ ਕਿੰਨੀ ਸੌਖੀ ਗੱਲ ਹੈ ਨਾ ਹੁਕਮ ਵਿੱਚ ਤੁਰਨਾ। ਜਿੰਨੇ ਵੀ ਅਸੀਂ ਭਰਮ ਦੇ ਵਿੱਚ ਲੱਗ ਕੇ ਕਰਮ ਕਾਂਡ ਕਰਦੇ ਆ, ਔਖੇ ਹੁੰਦੇ ਆ, ਉਹਨਾਂ ਦਾ ਸਾਡੀ ਖੁਸ਼ੀ ਨਾਲ ਕੋਈ ਸੰਬੰਧ ਨਹੀਂ ਹੈ। ਤੇ ਹੁਕਮ ਦਾ ਔਰ ਸਿਸਟਮ ਦਾ ਸਾਡੀ ਖੁਸ਼ੀ ਦੇ ਨਾਲ ਸਿੱਧਾ ਸੰਬੰਧ ਹੈ, ਉਹਦੇ ਨਾਲ ਅਸੀਂ ਜੁੜਦੇ ਨਹੀਂ। ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਅਸੀਂ ਭਟਕ ਰਹੇ ਹਾਂ, ਆਮ ਬੰਦਾ ਭਟਕ ਰਿਹਾ ਹੈ।
ਇੱਕ ਭਰਮ ਭੂਲੇ ਫਿਰਹਿ ਦੇਹਦੀ ਸਿੱਖ ਨਾਮ ਲਾਗ ਸਵਾਰਿਆ। ਕਈ ਲੋਕ ਭਰਮ ਦੇ ਅੰਦਰ ਪੈ ਕੇ ਭਟਕ ਰਹੇ ਹਨ ਤੇ ਕਈ ਲੋਕ ਪ੍ਰਭੂ ਦੇ ਹੁਕਮ ਦੇ ਅੰਦਰ ਲੱਗ ਕੇ ਉਹਨਾਂ ਨੇ ਆਪਣੇ ਜੀਵਨ ਨੂੰ ਸੰਵਾਰ ਲਿਆ ਹੈ। ਇਸ ਲਈ ਜਿਹੜਾ ਇਨਸਾਨ ਖੁਸ਼ੀ ਚਾਹੁੰਦਾ ਹੈ ਭਾਈ, ਉਹਨੂੰ ਚਾਹੀਦਾ ਹੈ ਕਿ ਉਹ ਰੱਬੀ ਰਜ਼ਾ ਦੇ ਅੰਦਰ ਆਪਣੇ ਚਿੱਤ ਨੂੰ ਲਗਾਏ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੇ, ਆਪਣੇ ਜੀਵਨ ਵਿੱਚ ਗਿਆਨ ਦੀ ਸਹੀ ਵਰਤੋਂ ਕਰੇ, ਪਾਪਾਂ ਵਿਕਾਰਾਂ ਅਪਰਾਧਾਂ ਨੂੰ ਖਤਮ ਕਰੇ ਤੇ ਆਪਣੇ ਜੀਵਨ ਨੂੰ ਸੰਵਾਰ ਲਵੇ। ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਹੁਣ ਦੇਖੋ, ਅਸੀਂ ਪਹਿਲੀ ਪੌੜੀ ਚ ਪੜਿਆ ਨਾ ਕਿ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਗੁਰੂ ਕਿਰਪਾ ਕਰਦਾ ਹੈ, ਗਿਆਨ ਦੀ ਦਾਤ ਦਿੰਦਾ ਹੈ ਤੇ ਉਸ ਗਿਆਨ ਦੇ ਨਾਲ, ਗੁਰੂ ਦੀ ਕਿਰਪਾ ਨਾਲ ਕੀ ਹੁੰਦਾ ਹੈ? ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਗੁਰੂ ਦੀ ਰਹਿਮਤ ਨਾਲ, ਗੁਰੂ ਦੇ ਗਿਆਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਮਨ ਮੈਂਟੈਲਿਟੀ, ਸਾਡੀ ਸੋਚ, ਸਾਡੇ ਵਿਚਾਰ, ਸਾਡੇ ਬੋਲ, ਸਾਡੇ ਕਰਮ, ਅੰਦਰਲੀ ਸੋਚ ਨਿਰਮਲ ਹੋ ਜਾਂਦੀ, ਸ਼ੁੱਧ, ਸਾਫ਼। ਤੇ ਜਦੋਂ ਮਨ ਸਾਫ਼ ਹੋ ਗਿਆ ਤਾਂ ਜੀਵਨ ਦੇ ਵਿੱਚ ਫਿਰ ਖੁਸ਼ੀਆਂ ਹੀ ਖੁਸ਼ੀਆਂ ਨੇ। ਜਿੱਥੇ ਮਨ ਸਾਫ਼ ਹੋਏਗਾ ਉੱਥੇ ਮਨ ਦੇ ਅੰਦਰ ਸ਼ੁਭ ਗੁਣ ਹੋਣਗੇ, ਚੜ੍ਹਦੀ ਕਲਾ ਹੋਏਗੀ, ਸੱਚਾਈ ਹੋਏਗੀ, ਦਇਆ ਹੋਏਗੀ, ਪ੍ਰੇਮ ਹੋਏਗਾ, ਨਿਰਭੈਤਾ ਹੋਏਗੀ, ਨਿਰਵੈਰਤਾ ਹੋਏਗੀ। ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਪਰ ਨਿਰਮਲ ਮਨ ਕਿਹਨਾਂ ਦਾ ਹੋਏਗਾ? ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੂੰ ਭਾਣਾ ਪਾ ਜਾਂਦਾ। ਉੱਤੇ ਕਿਹਾ ਸੀ ਨਾ ਨਾਮ ਲਾਗ ਸਵਾਰਿਆ, ਇੱਥੇ ਭਾਣਾ ਕਹਿ ਰਹੇ ਨੇ। ਜਿਸ ਚੀਜ਼ ਨੂੰ ਉਤਲੀ ਪੰਕਤੀ ਵਿੱਚ ਨਾਮ ਕਿਹਾ ਹੈ, ਉਹਨੂੰ ਦੂਜੀ ਥੱਲੇ ਵਾਲੀ ਪੰਕਤੀ ਵਿੱਚ ਭਾਣਾ ਕਹਿ ਰਹੇ ਨੇ। ਭਾਵੇ ਦਾ ਮਤਲਬ ਚੰਗਾ ਲੱਗਦਾ ਹੈ। ਮਨ ਉਹਨਾਂ ਦਾ ਨਿਰਮਲ ਹੁੰਦਾ ਹੈ ਜਿਨ੍ਹਾਂ ਨੂੰ ਗੁਰੂ ਦਾ ਹੁਕਮ ਚੰਗਾ ਲੱਗਦਾ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ। ਉਹਨਾਂ ਦਾ ਮਨ, ਉਹਨਾਂ ਦੀ ਸੋਚ ਨਿਰਮਲ ਹੋ ਜਾਂਦੀ। ਸਾਡੀ ਸੋਚ ਨਿਰਮਲ ਤਾਂ ਹੀ ਹੋਵੇਗੀ ਜੇ ਅਸੀਂ ਰੱਬੀ ਰਜ਼ਾ ਅੰਦਰ ਤੁਰਦੇ ਹਾਂ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜੀਂਦੇ ਹਾਂ। ਕੁਦਰਤ ਦੇ ਅੰਦਰ ਹਰ ਸ਼ੈ ਨਿਯਮ ਦੇ ਅੰਦਰ ਚੱਲ ਰਹੀ ਹੈ। ਜੇ ਮਨੁੱਖੀ ਫਰਜ਼ਾਂ ਦੇ ਨਿਯਮਾਂ ਨੂੰ ਤੋੜ ਰਿਹਾ ਹੈ ਤੇ ਬੰਦਾ ਤੋੜ ਰਿਹਾ ਹੈ, ਬੰਦਾ ਤੋੜ ਰਿਹਾ ਹੈ। ਇੰਡੀਆ ਦੇ ਅੰਦਰ ਅਸੀਂ ਰੁੱਖ ਦਰਖਤ ਕੱਟ ਕੇ ਨਾਸ ਮਾਰਿਆ ਨਾ, ਤੇ ਹੁਣ ਉੱਥੇ ਇੱਕ ਮੱਤੇ ਵਾਲਾ ਜੰਗਲ ਜਿਹੜਾ ਉਹਨੂੰ ਵੀ ਖਤਮ ਕਰਨ ਦੀ ਤਿਆਰੀ ਹੈ ਵੀ ਜਿਹੜੇ 4 ਰੁੱਖ ਨੇ ਉਹ ਰਹਿ ਨਾ ਜਾਣ। ਪਸ਼ੂਆਂ ਦੀਆਂ, ਪੰਛੀਆਂ ਦੀਆਂ, ਜਾਨਵਰਾਂ ਦੀਆਂ ਜਿਹੜੀਆਂ ਨਸਲਾਂ ਬਚੀਆਂ ਨੇ ਉਹ ਵੀ ਖਤਮ ਹੋ ਜਾਣ। ਰਜਾ ਭਾਣੇ ਵਿੱਚ ਤੁਰਨ ਦੀ ਲੋੜ ਹੈ ਭਾਈ। ਜਿਨ੍ਹਾਂ ਨੂੰ ਸਿਸਟਮ ਚੰਗਾ ਲੱਗਦਾ ਹੈ, ਜਿਨ੍ਹਾਂ ਨੂੰ ਜੋ ਰਜਾ ਦੇ ਵਿੱਚ ਤੁਰਦੇ ਨੇ, ਉਹਨਾਂ ਦਾ ਫਿਰ ਮਨ ਨਿਰਮਲ ਹੋ ਜਾਂਦਾ ਹੈ। ਉਹ ਕੋਈ ਪਾਪ ਵਿਕਾਰ ਨਹੀਂ ਕਮਾਉਂਦੇ। ਆ ਦੇਖਦੇ ਹਾਂ ਅਸੀਂ, ਸੈਰ ਕਰਨ ਤੁਸੀਂ ਜਾਂਦੇ ਹੋ ਤੇ ਕਿੰਨੇ ਲੋਕ ਨੇ, ਉਹਨਾਂ ਨੇ ਬੀਅਰ ਦਾ ਡੱਬਾ ਪੀਤਾ ਹੈ ਤੇ ਉਹ ਡੱਬਾ ਪੀ ਕੇ ਬਾਹਰ ਹੀ ਸੁੱਟ ਗਏ ਨੇ, ਕੁਛ ਚਿਪਸ ਵਗੈਰਾ ਖਾਦੇ ਨੇ, ਉਹ ਸੁੱਟ ਗਏ ਨੇ ਉੱਥੇ। ਕੁਛ ਲੋਕ ਐਸੇ ਨੇ, ਲੇਕਿਨ ਇੱਥੋਂ ਦੇ ਹੀ ਕੁਛ ਲੋਕ ਐਸੇ ਨੇ, ਸੈਰ ਕਰਨ ਜਾ ਰਹੇ ਨੇ, ਉਹਨਾਂ ਨਾਲ ਇੱਕ ਲਿਫਾਫਾ ਫੜਿਆ ਹੋਇਆ ਹੈ ਤੇ ਉਹ ਜਿਹੜਾ ਰਾਤੀ ਗੰਦ ਪਾ ਗਏ ਨੇ, ਉਹਨਾਂ ਨੂੰ ਉਹ ਲੋਕ ਲਿਫਾਫੇ ਦੇ ਵਿੱਚ ਪਾ ਕੇ ਚੁੱਕ ਰਹੇ ਨੇ। ਬੰਦੇ ਤੇ ਉਹ ਵੀ ਨੇ, ਬੰਦੇ ਉਹ ਵੀ ਨੇ। ਹੁਣ ਉਹਨਾਂ ਨੂੰ ਸਿਸਟਮ ਚੰਗਾ ਲੱਗਦਾ ਨਾ, ਉਹ ਸਫਾਈ ਕਰ ਰਹੇ ਨੇ, ਹਾਲਾਂਕਿ ਉਹਨਾਂ ਦੀ ਕੋਈ ਡਿਊਟੀ ਨਹੀਂ ਹੈ, ਪਰ ਫਰਜ਼ ਹੈ ਨਾ ਮਨ ਨਿਰਮਲ। ਤੇ ਜਿਹਦਾ ਮਨ ਨਿਰਮਲ ਹੋਏਗਾ, ਜਿਹਦੇ ਮਨ ਸੋਚ ਸਾਫ਼ ਹੋਏਗੀ, ਉਹ ਇਸ ਸਮਾਜ ਦੇ ਵਿੱਚੋਂ ਗੰਦਗੀ ਨੂੰ ਖਤਮ ਕਰੇਗਾ, ਦੂਜਿਆਂ ਨੂੰ ਵੀ ਉਪਦੇਸ਼ ਕਰੇਗਾ। ਇਸ ਲਈ ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨਤਾ। ਇਹ ਮਾਲਕ, ਜਿਸ ਨੂੰ ਤੂੰ ਰਜਾ ਦੇ ਅੰਦਰ ਤੁਰਨ ਦੀ ਦਾਤ ਦਿੰਦਾ ਹੈ, ਉਹ ਪਾ ਲੈਂਦਾ ਹੈ। ਤੇ ਰਜਾ ਦੇ ਅੰਦਰ ਤੁਰਨ ਦੀ ਦਾਤ ਕਿਹਨੂੰ ਦਵੇਗਾ? ਰੱਬ ਜਿਹੜਾ ਮੰਗੇਗਾ, ਜਿਹੜਾ ਚੱਲਣਾ ਚਾਹੇਗਾ। ਜੇ ਅਸੀਂ ਕਹੀਏ ਕਿ ਮੈਂ ਸੱਚ ਬੋਲਣਾ ਚਾਹਨਾ, ਤਾਂ ਕਦੇ ਕਿਸੇ ਨੂੰ ਰੱਬ ਨੇ ਕਿਹਾ ਵੀ ਨਾ ਨਾ ਭਾਈ ਤੂੰ ਨਹੀਂ ਸੱਚ ਬੋਲ ਸਕਦਾ। ਕਦੇ ਐਸਾ ਹੋਇਆ ਕਿ ਸਾਡੇ ਮਨ ਦੇ ਅੰਦਰ ਸੋਚ ਆਵੇ ਕਿ ਮੈਂ ਤੇ ਵੀ ਸਾਰੀ ਮਨੁੱਖਤਾ ਦੇ ਨਾਲ ਪਿਆਰ ਦੇ ਨਾਲ ਰਹਿਣਾ ਹੈ, ਤੇ ਰੱਬ ਨੇ ਆਣ ਕੇ ਕੁੰਡਾ ਖੜਕਾਇਆ ਹੋਵੇ, ਖੂੰਡਾ ਫੜ ਕੇ, ਵੀ ਜੇ ਤੂੰ ਮਨੁੱਖਤਾ ਨੂੰ ਪਿਆਰ ਕੀਤਾ, ਮੈਂ ਤੇਰੀਆਂ ਲੱਤਾਂ ਤੋੜ ਦਿਆਂਗਾ। ਕਦੇ ਕਿਸੇ ਨੂੰ ਕਿਹਾ? ਤਾਂ ਅਸੀਂ ਆਪ ਹੀ ਨਹੀਂ ਕਰਨਾ ਚਾਹੁੰਦੇ ਪਿਆਰ, ਅਸੀਂ ਆਪ ਹੀ ਨਹੀਂ ਨਿਮਾਣੇ ਹੋਣਾ ਚਾਹੁੰਦੇ, ਅਸੀਂ ਆਪ ਹੀ ਸੱਚ ਨੂੰ ਨਹੀਂ ਵਰਤਣਾ ਚਾਹੁੰਦੇ। ਤਾਂ ਦਵੇਗਾ ਉਹਨੂੰ ਜਿਹਨੂੰ ਚੰਗਾ ਲੱਗੇਗਾ। ਤਾਂ ਇਹਦਾ ਮਤਲਬ ਕਿ ਜੋ ਰੱਬੀ ਰਜਾ ਦੇ ਅੰਦਰ ਚੱਲਦਾ ਹੈ, ਉਸ ਮਨੁੱਖ ਨੂੰ ਪ੍ਰਭੂ ਪਰਮਾਤਮਾ
ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਤਾਂ ਮੈਂ ਫਿਰ ਬੇਨਤੀ ਕਰਦਿਆਂ ਦੁਬਾਰਾ, ਜੋ ਆਨੰਦ ਹੈ, ਹਰ ਬੰਦਾ ਕਹਿ ਰਿਹਾ ਹੈ ਮੈਨੂੰ ਆਨੰਦ ਮਿਲੇ, ਲੇਕਿਨ ਮਿਲਦਾ ਕਿਹਨੂੰ ਹੈ? ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਦਾਤ ਗੁਰੂ ਪਾਸੋਂ ਮਿਲੇਗੀ। ਗੁਰੂ ਸਾਡੇ ਤੇ ਰਹਿਮਤ ਕਰਕੇ ਗਿਆਨ ਦੀ ਦਾਤ ਦੇਵੇਗਾ। ਉਸ ਗਿਆਨ ਦੇ ਸੁਰਮੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਚੋਂ ਪਾਪਾਂ ਵਿਕਾਰਾਂ ਨੂੰ ਖਤਮ ਕਰਾਂਗੇ। ਜਿਹਦੀ ਜ਼ਿੰਦਗੀ ਚੋਂ ਪਾਪ ਖਤਮ ਹੋ ਜਾਣਗੇ, ਉਹਦੇ ਅੰਦਰੋਂ ਸੈਲਫਿਸ਼ਨੈਸ ਵੀ ਖਤਮ ਹੋ ਜਾਏਗੀ। ਜਿਹਦੀ ਜ਼ਿੰਦਗੀ ਚੋਂ ਪਾਪ ਖਤਮ ਹੋ ਜਾਣਗੇ, ਉਹਦੀ ਨਿਸ਼ਾਨੀ ਇਹ ਹੈ ਕਿ ਉਹਦੀ ਬੋਲ ਬਾਣੀ ਸੰਵਰੀ ਹੋਈ ਹੋਏਗੀ। ਇਹ ਆਨੰਦ ਦਾ ਰਾਸਤਾ ਹੈ। ਇਹ ਰਾਸਤਾ ਗੁਰੂ ਤੋਂ ਮਿਲੇਗਾ, ਔਰ ਉਹਨੂੰ ਮਿਲੇਗਾ ਜੋ ਗੁਰੂ ਦੇ ਪਾਵਨ ਚਰਨਾਂ ਦੀ ਸ਼ਰਨ ਲਵੇਗਾ, ਔਰ ਬਾਕੀ ਦੇ ਕਿਸੇ ਕਰਮ ਦੇ ਨਾਲ ਨਹੀਂ। ਇੱਕ ਭਰਮ ਭੁੱਲੇ ਫਿਰੇ ਦਹਿਦਿਸ, ਇੱਕ ਨਾਮ ਲਾਗ ਸਵਾਰਿਆ। ਕਰਮ ਕਾਂਡਾਂ ਦੇ ਅੰਦਰ ਲੱਗਿਆ ਹੋਇਆ ਬੰਦਾ ਭਰਮ ਦੇ ਅੰਦਰ ਭਟਕਦਾ ਰਹੇਗਾ, ਲੇਕਿਨ ਜੋ ਰੱਬੀ ਸਿਸਟਮ ਦੇ ਅੰਦਰ ਚਲੇਗਾ, ਉਹਦਾ ਜੀਵਨ ਸੰਵਰ ਜਾਏਗਾ। ਗੁਰੂ ਦੇ ਗਿਆਨ ਰਾਹੀਂ ਮਨ ਨਿਰਮਲ ਹੋਏਗਾ। ਗੁਰੂ ਦੇ ਗਿਆਨ ਰਾਹੀਂ ਪ੍ਰਭੂ ਦਾ ਭਾਣਾ, ਕੁਦਰਤ ਦੇ ਨਿਯਮ ਸਾਨੂੰ ਚੰਗੇ ਲੱਗਣਗੇ। ਇਹਨਾਂ ਦੇ ਨਾਲ ਸਾਡੀ ਪ੍ਰੀਤ ਬਣੇਗੀ, ਔਰ ਸੱਚ ਨੂੰ ਆਧਾਰ ਬਣਾ ਕੇ ਅਸੀਂ ਆਪਣੀ ਜ਼ਿੰਦਗੀ ਜੀਵਾਂਗੇ, ਆਪਣੇ ਫਰਜ਼ਾਂ ਨੂੰ ਪੂਰੇ ਕਰਾਂਗੇ, ਤਾਂ ਸਾਡੇ ਜੀਵਨ ਦੇ ਅੰਦਰ ਆਨੰਦ, ਖੁਸ਼ੀਆਂ, ਖੇੜੇ ਔਰ ਪ੍ਰਸੰਨਤਾ ਪੈਦਾ ਹੋ ਜਾਵੇਗੀ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਕਿ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸਮਝੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ, ਜਿਸ ਕਰਕੇ ਸਾਡੀ ਜ਼ਿੰਦਗੀ ਵਿੱਚ